ਤੁਸੀਂ देख रहे हो सोशल मीडिया नेटवर्क प्रोग्राम ये मुलाकात एक बहाना है। ਇਹਦੇ ਸਾਡੇ ਅੱਜ ਦੇ ਮਹਿਮਾਨ ਨੇ ਜਨਾਬ ਮਾਰੂਫ ਮਜ਼ਾਕ ਸ਼ਾਇਰ ਸ਼ਹਬਾਜ਼ ਚੌਹਾਨ ਸਾਹਿਬ ਤੇ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਆ ਸ਼ਹਬਾਜ਼ ਚੌਹਾਨ ਸਾਹਿਬ ਦੇ ਨਾਲ। ਸ਼ਹਬਾਜ਼ ਸਾਹਿਬ ਵੈਲਕਮ ਟੂ ਦਾ ਸ਼ੋ। अस्सलाम वालेकुम, क्या हाल चाल है जी? ठीक है, ਸ਼ੁਕਰ ਅਲਹਮਦੁਲਿਲਾ। ਸ਼ਹਬਾਜ਼ ਸਾਹਿਬ ਤੁਹਾਡਾ ਤਲਕ ਕਿਹੜੇ ਇਲਾਕੇ ਦੇ ਨਾਲ ਤੇ ਤੁਸੀਂ ਤਾਲੀਮ ਕਿੱਥੋਂ ਹਾਸਲ ਕੀਤੀ? सांगला हिल है जी। पहले जिला शेखुपुरा का हिस्सा सी, आजकल तहसील है ननकाना साहब की। अच्छा अच्छा। और ये सिकंदर आजम दे दौर दा सांगला शहर एक कस्बा है। और ओदे नाल एक पिंड है साडे ओदे राउंड अबाउट जेड़े पिंड ने चकूक चक ने। मेरा चक जेड़ा चक 46 चट्ठे चक 46। अच्छा अच्छा। और उत्थे में पैदा होया और प्राइमरी पिंड दे स्कूल तो कीती, फिर शहर एक गवर्नमेंट स्कूल नंबर 1 उथों मैट्रिक कीता, फिर साडा उत्थे इस्लामिया डिग्री कॉलेज है उत्थे दाखिल होया ते मैं सांगले च डिग्री कॉलेज जी सांगले डिग्री कॉलेज। कुछ अरसा वैसे मैं फैसलाबाद पढ़िया, अब्दुल्लापुर जांदा रहा कुछ कंप्यूटर कोर्सेज करने वास्ते। वो जदों मैं 3rd ईयर च सां ते अब्बा जी ने कहा तो ब्याह हो गया, सारा नेटवर्क ही तबाह हो गया। अच्छा 3rd ईयर च ब्याह हो गया? 3rd ईयर दौराने तालीम। हाँ जी। तो फिर वो ब्याह होया ते क्योंकि कमांदा कमुंदा तो कोई नहीं सा। अच्छा अच्छा। तो फिर मैं बस सिलसिला रोजगार शहर इकतदार इस्लामाबाद दा रुख कीता। और वैसे बेगम साहबा भी इत्थों दे सन। तो अक्सर लोग कहंदे ने कि शहबाज वोटी ब्याह के नहीं ले आया, वोटी ओनू ब्याह के ले गई। अच्छा तो मतलब है कि ਤੁਹਾਡੇ ਕੋਲ ਤੇ ਆਪਣੀ ਪਹਾੜੀ ਸੀ सांगला हिल ਜਿਹੜਾ ਪਹਾੜੀ ਤੇ ਮਸ਼ਹੂਰ ਹੈ ਜ਼ਾਹਰ ਹੈ ਕਿ ਹਿਲ ਦੇ ਨਾਂ ਤੋਂ, ਤੇ ਇਸਲਾਮਾਬਾਦ ਦੀ ਖੂਬਸੂਰਤੀ ਨੇ ਜਾਂ ਇੱਥੇ ਦੇ ਪਹਾੜਾਂ ਨੇ ਤੁਹਾਨੂੰ ਮੁਤਾਸਰ ਨਹੀਂ ਕੀਤਾ। ਅਸਲ ਰੌਲਾ ਜਿਹੜਾ ਸੀ ਉਹ ਇਹੀ ਸੀ ਕਿ ਤੁਹਾਡੀ ਸ਼ਾਦੀ ਇੱਥੇ ਹੋਈ ਤੇ ਉਸ ਲਿਹਾਜ਼ ਦੇ ਨਾਲ। ਸਰ ਅਗਰ ਪਹਾੜਾਂ ਦੀ ਵੀ ਗੱਲ ਕਰੋ ਨਾ, ਦੇਖੋ ਉੱਥੇ ਹੈ ਇੱਕ ਪਹਾੜੀ। ਵੈਸੇ ਮੇਰੇ ਪਿੰਡ ਦੇ ਵਿੱਚ ਵੀ ਨਾ 3 ਛੋਟੀਆਂ ਪਹਾੜੀਆਂ ਸਨ। ਅੱਛਾ ਅੱਛਾ। ਲੇਕਿਨ ਜ਼ੁਲਮ ਹੈ ਸਾਡੇ ਹਾਂ ਕਿ ਅਸੀਂ ਆਪਣੇ ਅਸਾਸਿਆਂ ਦੀ ਕਦਰ ਨਹੀਂ ਕਰਦੇ ਹਾਂ। ਤੇ ਮੈਨੂੰ ਅੱਜ ਵੀ ਬੜੀ ਤਕਲੀਫ ਹੈ। ਮੈਂ ਉਦੋਂ ਛੋਟਾ ਸਾਂ, ਕੁਝ ਕਰ ਨਹੀਂ ਸਕਦਾ ਸਾਂ, ਔਰ ਅਗਰ ਉਹ ਹੋਣ ਦਾ ਦੌਰ ਹੁੰਦਾ ਤਾਂ ਸ਼ਾਇਦ ਮੈਂ ਆਵਾਜ਼ ਚੁੱਕਦਾ। ਉਹ ਸਰ ਬਾਕਾਇਦਾ ਉਹਨਾਂ ਦੇ ਠੇਕੇ ਹੋਏ, ਪੁੱਟੀਆਂ ਗਈਆਂ, ਔਰ ਹੁਣ ਉਹ ਉੱਥੇ ਪਾਣੀ ਦੀਆਂ ਖਾਂਡਾਂ ਜੀਆਂ ਬਣ ਗਈਆਂ ਹੋਈਆਂ ਨੇ। ਤੇ ਉਹ ਦੇਖੋ ਇਨਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਤੇ ਮੈਂ ਇੱਕ ਪਹਾੜੀ ਦੀ ਬਜਾਏ ਨਾ ਪਹਾੜਾਂ ਤੇ ਆ ਗਿਆ। ਪਹਾੜਾਂ ਦੇ ਸਹੀ ਸਹੀ। ਤੇ ਅੱਛਾ ਤੁਸੀਂ ਕਿਹੜੀ ਕਲਾਸ ਸੀ ਜੋ ਤੁਹਾਨੂੰ ਮਹਿਸੂਸ ਹੋਇਆ ਕਿ ਤੁਸੀਂ ਕੋਈ ਦੂਸਰਿਆਂ ਤੋਂ ਅਲੱਗ ਸੋਚਦੇ ਹੋ? ਕੋਈ ਕੁਝ ਹੁੰਦਾ ਹੈ, ਕੋਈ ਤੁਹਾਡੇ ਚ ਖਾਸ ਗੱਲ ਹੈ? ਮੇਰਾ ਯਾਰ ਸੀ ਡਾਕਟਰ ਅਲੀ ਯਾਸਰ। ਅੱਛਾ। ਉਹ ਅਕਸਰ ਕਹਿੰਦਾ ਹੁੰਦਾ ਹੈ ਕਿ ਸ਼ਾਇਰ ਬਣਦਾ ਨਹੀਂ, ਸ਼ਾਇਰ ਪੈਦਾ ਹੁੰਦਾ ਹੈ। ਤੇ ਮੈਂ ਵੀ ਪੈਦਾਇਸ਼ੀ ਸ਼ਾਇਰ ਹਾਂ। ਔਰ ਮੈਂ ਜਦੋਂ ਸ਼ਾਇਦ ਤੀਸਰੀ ਜਮਾਤ 'ਚ ਸਾਂ ਤੇ ਪਿੰਡਾਂ ਦੇ ਵਿੱਚ ਤਾਲੀਮ ਦਾ ਬੜਾ ਫੁਕਦਾਨ ਸੀ, ਤੇ ਮੈਂ ਸ਼ਾਇਦ ਆਪਣੇ ਪਿੰਡ ਚੋਂ, ਆਪਣੀ ਬਰਾਦਰੀ ਚੋਂ ਦੂਸਰਾ ਲੜਕਾ ਸਾਂ ਜਿਹੜਾ ਕਾਲਜ ਲਾਈਫ ਤੱਕ ਗਿਆ। ਸਹੀ। ਉਦੋਂ ਲੜਕਾ ਸਾਂ। ਲੜਕਾ ਤੋਂ ਬੱਚੇ ਹੀ ਸੋ ਨਾ। ਉਦੋਂ ਉਹ ਖਤਵਤ ਜਿਹੜੇ ਸਾਨੂੰ ਇਹ ਵੀ ਅਪਰਚੁਨਿਟੀ ਹੁੰਦੀ ਨਾ, ਜਦੋਂ ਬੋਝ ਤੁਹਾਡੇ ਤੇ ਜ਼ਿਆਦਾ ਪੈ ਜਾਂਦਾ ਨਾ, ਉਦੋਂ ਤੁਸੀਂ ਕੋਸ਼ਿਸ਼ ਵੀ ਜ਼ਿਆਦਾ ਕਰਦੇ ਹੋ। ਉਹ ਉਦੋਂ ਹੀ ਲੋਕੀ ਮੇਰੇ ਕੋਲ ਖਤਵਤ ਲਿਖਵਾਉਂਦੇ ਹੁੰਦੇ ਸਨ, ਤੇ ਉਹ ਖਤਾਂ ਦੇ ਮਜ਼ਾਮੀਨ ਜਿਹੜੇ ਨੇ ਉਹ ਫਿਰ ਕ੍ਰੀਏਟ ਕਰਨੇ ਪੈਂਦੇ ਆ। ਤਖਲੀਕੀ ਸਲਾਹੀਅਤਾਂ ਜਿਹੜੀਆਂ ਨਾ ਉਦੋਂ ਤੋਂ ਹੀ ਪੁੰਗਰਨ ਲੱਗ ਪਈਆਂ। ਔਰ ਮੇਰੇ ਕੋਲ ਕਿਸੇ ਇੱਕ ਖਤ ਲਿਖਵਾਇਆ ਸੀ, ਉਹ ਜਿਹਦੇ ਵਾਸਤੇ ਲਿਖਵਾਇਆ ਸੀ ਉਹਨੇ ਅਗਲੇ ਦਿਨ ਮੈਨੂੰ ਫੜ ਲਿਆ ਸੀ। ਕਹਿੰਦਾ ਤੂੰ ਲਿਖਿਆ? ਮੈਂ ਕਿਹਾ ਬੜਾ ਅੱਛਾ ਮਜ਼ਮੂਨ ਹੈ। ਤੇ ਉਦੋਂ ਮੈਨੂੰ ਪਤਾ ਲੱਗਾ ਮਜ਼ਮੂਨ ਵੀ ਕੋਈ ਚੀਜ਼ ਹੁੰਦੀ ਹੈ। ਅੱਛਾ ਤੁਹਾਡੀ ਬਾਜ਼ਾਬਤਾ ਤਹਿਰੀਰ ਜਿਹੜੀ ਹੈ ਉਹ ਕਿਦੋਂ ਸ਼ਾਇਆ ਹੋਈ? ਕੋਈ ਅਖਬਾਰ ਸੀ, ਰਸਾਲਾ ਸੀ? ਅੱਛਾ ਇਹ ਨਾ ਉਸ ਜ਼ਮਾਨੇ 'ਚ ਨਾ ਤਰਜ਼ਾਂ ਤੇ ਗੀਤ ਲਿਖੇ ਜਾਂਦੇ ਹਾਂ ਹਾਂ ਬਿਲਕੁਲ ਠੀਕ ਹੈ। ਤੇ ਉਹ ਸਾਡੇ ਅੱਜ ਬੜੇ ਦੋਸਤ ਯਾਦ ਆਂਡੇ, ਅਲੀ ਯਾਸਰ ਦਾ ਜ਼ਿਕਰ ਹੋਇਆ। ਇੱਕ ਉਸਤਾਦ ਸਲਾਮਤ ਸਨ ਸਾਡੇ ਨਾ, ਤੇ ਉਹਨਾਂ ਮੈਨੂੰ ਕਈ ਵਾਰੀ ਕੋਈ ਨਵਾਂ ਗਾਣਾ ਆਣਾ ਤੇ ਕਹਿਣਾ ਯਾਰ ਇਸ ਤੇ ਕੁਛ ਲਿਖ ਕੇ ਦੇ ਨਾ। ਤੇ ਮੈਂ ਤਰਜ਼ਾਂ ਤੇ ਉਦੋਂ ਲਿਖਦਾ ਹੁੰਦਾ ਸੀ। ਹੁਣ ਮੈਂ ਕਿਸੇ ਨੂੰ ਦੱਸਦਾ ਨਹੀਂ ਹੈ ਕਿ ਜਿਹੜਾ ਗੀਤ ਜਾਂ ਗਾਣਾ ਹੈ ਮੈਂ ਲਿਖਿਆ ਹੋਇਆ, ਕਿਉਂਕਿ ਉਹ ਗੀਤ ਤੇ ਅਸਲ ਵਿੱਚ ਉਹੀ ਹੁੰਦਾ ਜਿਹੜਾ ਜਿਹਦੀ ਤਰਜ਼ ਤੇ ਤੁਸੀਂ ਲਿਖਿਆ ਹੁੰਦਾ। ਤੇ ਮੈਂ ਉਦੋਂ ਇੰਜ ਦੇ ਕੰਮ ਕਰਦਾ ਰਿਹਾ ਕੁਛ, ਬਲਕਿ ਉਸ ਦੌਰ ਦੇ ਵਿੱਚ ਮੈਂ ਕੁਛ ਲੋਕਲ ਸਤਹ ਦੇ ਡਰਾਮੇ ਵੀ ਲਿਖੇ, ਨਾ ਸਿਰਫ ਲਿਖੇ ਬਲਕਿ ਉਹਨਾਂ ਨੂੰ
ਉਹਦੇ ਵਿੱਚ ਐਕਟ ਵੀ ਕੀਤਾ ਔਰ ਬਾਕਾਇਦਾ ਉਦੋਂ ਮੈਂ ਕਦੀ ਸਟੇਜ ਨਹੀਂ ਸੀ ਵੇਖਿਆ ਲੇਕਿਨ ਮੈਂ ਉਹ ਸਾਰਾ ਖੁਦ ਕ੍ਰੀਏਟ ਕਰਦਾ ਰਿਹਾ ਤੇ ਉਹ ਉਦੋਂ ਤੇ ਇੰਜ ਚੀਜ਼ਾਂ ਹੋਈਆਂ ਲੇਕਿਨ ਮੈਂ ਜਦੋਂ ਇਸਲਾਮਾਬਾਦ ਆਇਆ ਤੇ ਮੈਂ ਡਾਇਰੈਕਟ ਟੀਵੀ ਤੇ ਹੀ ਆਇਆ। ਅੱਛਾ ਠੀਕ ਹੈ। ਸਾਡੇ ਦੋਸਤ ਸੈयद हैदर अली ਦਾ ਪ੍ਰੋਗਰਾਮ ਉਦੋਂ ਬਾਅਦ ਸ਼ੁਰੂ ਹੋਇਆ ਦੁਨੀਆ ਜ਼ਰਾਫਤ ਤੇ ਅਸੀਂ ਉਹਦੇ ਵਿੱਚ ਡਾਕਟਰ ਇਨਾਮੁਲ ਹਕ ਜਾਵੇਦ ਨੇ ਨਵੇਂ ਲਿਖਣ ਵਾਲਿਆਂ ਨੂੰ ਮੌਕਾ ਦਿੱਤਾ ਤੇ ਉਹਦੇ ਵਿੱਚ ਅਸੀਂ ਕੁਝ 4-5 ਦੋਸਤ ਜਿਹੜੇ ਇਸ ਵੇਲੇ ਮਿਜ਼ਾਜ ਦੀ ਟੀਮ ਦਾ ਹਿੱਸਾ ਵਾਂ ਅਸੀਂ ਉਹਦੇ ਵਿੱਚ ਆਏ। ਬਾਕੀ ਨਾਲ ਨਾਲ ਅਖਬਾਰਾਂ 'ਚ ਰਿਸਾਲਿਆਂ 'ਚ ਆਉਂਦਾ ਰਿਹਾ। ਪਹਿਲੀ ਸ਼ਾਇਦ ਗਜ਼ਲ ਜਿਹੜੀ ਉਹ ਜੰਗ ਵਿੱਚ ਛਪੀ ਸੀ। ਅੱਛਾ ਕਿਹੜੇ ਨਾ ਨਵਾਏ ਵਕਤ 'ਚ ਕਿਹੜੇ ਦੌਰ 'ਚ ਇਹ ਸਰ ਮੇਰੇ ਖਿਆਲ 2008 7 10 ਦੇ ਰਾਉਂਡ ਅਬਾਊਟ ਨਾ। ਅੱਛਾ ਤੇ ਉਹਦੇ ਇਲਾਵਾ ਇਹ ਆ ਕਿ ਹੁਣ ਤੇ ਖੁਦਾ ਦਾ ਸ਼ੁਕਰ ਹੈ ਕਿ बहुत सारे नामवर लोगों ने मेरा कलाम गाया भी है। गुलाम अब्बास जैसे असातिज़ा ने कलाम गाया तो टीवी शीवी ते इधर उधर रेडियो ते अक्सर बेशतर आन जान का मौका मिलता। शहबाज साहब साडे मज़ाफाती जिहड़े एरिए ने खौफ फैसलाबाद दे ने लाहौर दे ने या किसी भी इलाके दे ने पाकिस्तान दे ने उन्हां च बहुत अच्छी शायरी हो रही लेकिन ਉਹਨਾਂ ਲੋਕਾਂ ਦਾ ਉਹਨਾਂ ਸ਼ਾਇਰਾਂ ਦਾ ਮੇਨ ਸਟ੍ਰੀਮ ਮੀਡੀਅਮ ਤੱਕ ਪਹੁੰਚਣਾ ਜਿਹੜਾ ਨਾ ਉਹ ਇੱਕ ਮੁਸ਼ਕਲ ਗੱਲ ਹੈ। ਸੋਹਣੀ ਧਰਤੀ ਦਾ ਪ੍ਰੋਗਰਾਮ ਸੀ ਪਾਣੀ ਵਿੱਚ ਮਦਾਨੀ ਉਸ ਪ੍ਰੋਗਰਾਮ 'ਚ ਸਾਡੇ ਬਹੁਤ ਸਾਰੇ ਮਜ਼ਾਫਾਤੀ ਸ਼ਾਇਰ ਮੇਨ ਸਟ੍ਰੀਮ ਮੀਡੀਅਮ ਤੱਕ ਆਏ ਜਿਨ੍ਹਾਂ 'ਚ ਮੁਸ਼ਤਾਕ ਆਲਮ ਗੋਗਾ ਸੀ ਅਲੀ ਜ਼ੁਲਫੀ ਸੀ ਤੁਸੀਂ ਖੁਦ ਉਸ ਪ੍ਰੋਗਰਾਮ ਦਾ ਹਿੱਸਾ ਰਹੇ। ਹੁਣ ਕਿਸ ਤਰ੍ਹਾਂ ਮੁਮਕਨ ਹੈ कि साड़ी मज़ाफती शायरी जड़ी है कोई नहीं आ रही अगे नहीं आ रही। हाँ सब देखो टैलेंट अगर है ना हुण ते सोशल मीडिया ने बहुत अपॉर्चुनिटीज़ लोगों को देती है। कमरे दे विच रिकॉर्डिंग हुंदी है पूरी दुनिया तक चली जाती है। हुण ते देखो हर दूसरा बंदा टिकटॉकर बनया होया है। ये शुरू तो इस्तेसाल हुंदा रहा मज़ाफात दा ना। तुसी देखो कि मैं तुहानूं दस्सिया कि मैं 3जी जमात तो लिखण दिया सां और कदी भी कितने अपॉर्चुनिटी नहीं दी गई। ठीक है। किताबां पढ़िया कागजात भरे लेकिन मौका ना मिलया और ए हुण मेरे शहर दे एक चैनल ने साडे दोस्त ने वकार चौधरी उन्होंने अपने पेज ते मेरी पहली दफ़ा कोई चीज़ मेरे शहर ने लाई है। तुसी देखो कि मैं इन्नी देर तो मेन स्ट्रीम मीडिया च पाकिस्तान दे नैशनल टीवी तो मैं आगाज़ किया और तकरीबन बहुत सारे चैनल्स ते पढ़िया लेकिन मेरे शहर ने पहली दफ़ा मेरी कोई शायरी जिहड़ी है किसी पेज ते लाई है। साडे मज़ाफात दे विच जिहड़े लोग थोड़े बहुत कोई अगे हैं ने वो भी जुल्म ज़्यादती करते हैं लेकिन कोई ऐसे प्लेटफॉर्म भी अवेलेबल नहीं। मैं तुहानूं दस्सिया ना कि असीं दुनिया ज़राफत तो अगे आए इसे तरह पानी विच मदानी दा तुसीं तज़किरा कीता वो खैर चैनल ही बेचारा हुण बंद हो गया लेकिन उन्हें भी बहुत सारे लिखारियां नूं अगे लिआंदा और बड़े अच्छे अच्छे दोस्त उहदे विच इंट्रोड्यूस होए और हुण इह वे हुण सोशल मीडिया है वे लेकिन उहदे वास्ते ज़रूरी है कि तुहाडा काम इस काबिल होवे कि उन्होंने लोग कबूल करन उन्होंने सराया जाए क्योंकि सीखण सिखाण दा साडे अमल ते नहीं साडे हाँ कोई ऐसा हैगा। लोकी बस जो आंदा है उन्होंने कहंदे ने कि यह मुकम्मल है ते तुसीं असातिज़ा कोलों अच्छे शायरां नूं पढ़ो असातिज़ा नाल मशवरा करो उस तो बाद अपनी चीज़ लैके वो डेफिनेटली हिट होएगी और वो दुनिया तक पहुँचेगी भी। अच्छा मुश्ताक आलम गोगा मसलन उन्हां दा एक स्टाइल सी बड़ा प्यारा एक उन्हां दी लय पिच जड़ी बड़ी प्यारी सी सर बड़ा सोहना शायर ते उन्हां दा भी एक मेरा ख्याल कलाम मुज़ाकरा च किसे ने कॉपी कीता। हाँ मैं वो भी तुहानूं दसदा और मैं पहलों उन्हां दी ज़ात दे हवाले नाल गल करां। बहुत सारे साडे दोस्त जिहड़े ना मलंग शायर ने उन्हां विच गोगा सी साडा होर एक मज़ाफात दा शायर राणा सईद दोशी साडा यार ठीक है वो बिल्कुल मैनू अक्सरों बेशतर दोवां दी इक्को जी झलक नज़र आती है। किसी ने फुटपाथ ते भी बिठाया ते बह गए ठीक है और कुदरत ने दोवां नू किन्नियां अच्छियां अच्छियां सलाहियतां नाल नवाजिया
ਉਹ ਗੋਗੇ ਦਾ ਉਹ ਵਾਲਾ ਸ਼ੇਰ ਸੀ, ਉਹ ਅੱਜ ਕੱਲ ਕਿਸੇ ਕੁੜੀ ਦੇ ਉਹਦੇ ਨਾਲ ਵਾਇਰਲ ਹੋਣ ਡਿਆ ਕਿ ਪਤਾ ਹੁੰਦਾ ਤੈਨੂੰ ਦਿਲ ਨਾ ਦਿੰਦੇ, ਦਿਲ ਦਿੱਤਾ ਸੀ ਢਿੱਲ ਨਾ ਦਿੰਦੇ, ਔਰ ਤੇਰੀ ਥਾਂ ਤੇ ਹੋਰ ਕੋਈ ਹੁੰਦਾ ਕਸਮੇ ਰੱਬ ਦੀ ਛਿੱਲ ਨਾ ਦਿੰਦੇ। ਤੇ ਉਹ ਇਹ ਜ਼ਿਆਦਤੀ ਹੈ, ਜਿਹਦਾ ਕ੍ਰੈਡਿਟ ਹੈ ਨਾ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ। ਸਾਡੇ ਸਿੰਗਰ ਕੋਈ ਤੁਹਾਡੇ ਕੋਲੋਂ ਗੀਤ ਲੈ ਲੈਂਦਾ, ਤੁਸੀਂ ਕਟਸੀ ਵਿੱਚ ਉਹਨੂੰ ਦੇ ਦਿੰਦੇ ਹੋ, ਮੁਆਵਜ਼ੇ ਤੋਂ ਬਗੈਰ ਦੇ ਦਿੰਦੇ। ਪਹਿਲੀ ਗੱਲ ਤੇ ਹੈ ਕਿ ਅਨਵਰ ਮਸੂਦ ਸਾਹਿਬ ਕਹਿੰਦੇ ਜਿਹੜਾ ਤੁਹਾਨੂੰ ਪੈਸੇ ਨਹੀਂ ਦਿੰਦਾ ਨਾ, ਉਹ ਇੱਜ਼ਤ ਵੀ ਨਹੀਂ ਦਿੰਦਾ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡੀ ਜਿਹੜੀ ਤਖਲੀਕ ਹੈ, ਤੁਹਾਡਾ ਜਿਹੜਾ ਕੰਮ ਹੈ, ਉਹ ਫ੍ਰੀ ਚ ਨਾ ਕਿਤੇ ਦਿੱਤਾ ਜਾਵੇ। ਮਤਲਬ ਇਹ ਟੀਮ ਨੂੰ ਵੀ ਚਾਹੀਦਾ, ਮੁਜ਼ਾਕਰਾਤ ਦੀ ਟੀਮ ਹੈ, ਉਹਦਾ ਪ੍ਰੋਡਿਊਸਰ ਆ, ਇੱਕ ਪੂਰਾ ਇੱਕ ਸੈਟਅਪ ਆ, ਉਹਨਾਂ ਨੂੰ ਵੀ ਚਾਹੀਦਾ ਕਿ ਅਗਰ ਕੋਈ ਕਿਸੇ ਦਾ ਸ਼ੇਰ ਬੋਲਦਾ, ਕਮ ਸੇ ਕਮ ਉਸ ਵੇਲੇ ਹੀ ਕਿ ਵੀ ਇਹ ਫਲਾਂ ਜਗ੍ਹਾ ਤੋਂ ਮੈਂ ਲਿਆ, ਫਲਾਂ ਬੰਦਾ ਹਾਂ, ਆਫਤਾਬ ਇਕਬਾਲ ਸਾਹਿਬ ਦੀ ਇਹ ਖੂਬੀ ਹੈ ਵੈਸੇ ਕਿ ਉਹ ਅਨਾਉਂਸ ਕਰਦੇ ਨੇ, ਨਾਂ ਲੈਂਦੇ ਨੇ ਕਿ ਫਲਾਣੇ ਸ਼ਾਇਰ ਦਾ ਇਹ ਸ਼ੇਰ ਹੈ। ਸਹੀ। ਔਰ ਲੇਕਿਨ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਉਹਦਾ ਤਜ਼ਕਰਾ ਜ਼ਰੂਰ ਕਰਨ। ਅੱਛਾ ਸ਼ੌਸ, ਤੁਹਾਡਾ ਤਾਲੁਕ ਫੈਸਲਾਬਾਦ ਦੇ ਨਾਲ ਹੈ, ਮੁਜ਼ਾਫਰਤੀ ਇਲਾਕੇ ਦੇ ਨਾਲ। ਫੈਸਲਾਬਾਦ ਨੇ ਸੈਂਕੜਾ ਸ਼ਾਇਰ ਜਿਹੜੇ ਆ ਪਾਕਿਸਤਾਨ ਨੂੰ ਦਿੱਤੇ ਹੈ, ਅੱਛੇ ਲਹਿਜੇ ਦੇ। रियाज मजीद का कलाम होवे, वक्त खुश खुश काटने का मशवरा देते हुए, नुसरत सिद्दीकी साहब हों कि अपनी तनख्वाह कई बार गिनी है मैंने, या फैसला ख्वाहिश को दबाऊं किसे पूरा कर लूं, अपनी तनख्वाह कई बार गिनी है, या फैसलाबादी पंजाबी शायरी दे सुरखेल अबैर अबू जरी हों, इदां होवन या शबरातां सानू की। पुलिस नूं आखा रिश्वतखोर ते फायदा की कि पिछो करदा, बल्कि वो पानी विच मदानी जेड़ा ना वो मतलब बाबा वीर अबू जरी दी किताब दा नाम सी। अच्छा, ਤੁਹਾਨੂੰ ਵੀ ਮੇਰਾ ਖਿਆਲ ਸ਼ਾਇਰੀ ਕਰਦੇ ਆ ਕੋਈ, ਤੁਹਾਨੂੰ ਦੇਖਦੇ ਆ 2 ਦਹਾਈਆਂ ਤੇ ਸ਼ਾਇਦ ਜਾਂ ਜ਼ਿਆਦਾ, ਔਰ 2 ਤੇ ਤੁਸੀਂ ਟੀਵੀ ਸ਼ੀਵੀ ਤੇ ਵੇਖ ਰਹੇ ਹੋ, ਉਹਦੇ ਇਲਾਵਾ ਇੱਕ ਮੁੱਦਤ ਗੁਜ਼ਰ ਗਈ ਹੈ ਜੀ। ਅੱਛਾ, ਤੁਹਾਡੀ ਪਹਿਚਾਨ ਜਿਹੜੀ ਆ ਉਹ ਬਿਊਰੋਕ੍ਰੈਟਿਕ ਸ਼ਾਇਰੀ ਇਸਲਾਮਾਬਾਦ ਵਾਲੀ ਇਹ ਬਣੇਗੀ, ਜਾਂ ਉਹ ਧੋਤੀ ਪਾ ਕੇ ਤੇ ਆਪਣੀ ਉੱਤੇ ਪਾਈ ਕੁਰਤਾ ਸ਼ੁਰਤਾ ਤੇ ਸਾਂਗਲਾ ਹਿਲਦੀਆਂ ਗਲੀਆਂ ਜਿਹੜੀਆਂ ਵਾ, ਉਹ ਪਹਿਚਾਨ ਤੁਹਾਡੀ ਬਣੇ? ਦੇਖੋ, ਚੁੱਕੇ ਮੈਂ ਤੇ ਆਪਣੇ ਆਪ ਨੂੰ ਤਾਲਿਬ ਇਲਮ ਗਿਣਦਾ, ਔਰ ਅਗਰ ਮੈਂ ਕਹਾਂ ਕਿ ਮੇਰੇ ਕਲਾਮ ਨੇ ਕੋਈ ਆਪਣੀ ਸਮਤ, ਆਪਣੀ ਸ਼ਕਲ ਬਣਾ ਲਈ ਹੈ ਤੇ ਐਸਾ ਹਜੇ ਮੁਮਕਿਨ ਨਹੀਂ ਹੈ। ਲੇਕਿਨ ਮੈਨੂੰ ਜ਼ਿਆਦਾ ਅੱਛਾ ਲੱਗਦਾ ਹੈ ਕਿ ਮੈਂ ਆਪਣੇ ਕਲਚਰ ਔਰ ਆਪਣੇ ਲੋਕਾਂ ਦੀ ਗੱਲ ਕਰਾਂ। ਸਹੀ। ਮੈਂ ਇਸ ਦੁਨੀਆ ਦੀ ਗੱਲ ਕਰਾਂ ਜਿਹਦੇ ਚ ਅਸੀਂ ਜ਼ਿੰਦਾ ਵਾਂ, ਬਜਾਏ ਇਸ ਦੇ ਕਿ ਅਸੀਂ ਉਹ ਗੱਲ ਕਰੀਏ ਜਿਹਦਾ ਇਸ ਧਰਤੀ ਨਾਲ ਕੋਈ ਵਾਸਤਾ ਨਹੀਂ। ਤਾਂ ਡੈਫੀਨੇਟਲੀ ਜਦੋਂ ਆਪਣੇ ਲੋਕਾਂ ਦੀ ਗੱਲ ਕਰਾਂਗਾ ਤੇ ਉਹ ਲੋਕਾਂ ਦੀ ਸ਼ਾਇਰੀ ਹੋਏਗੀ, ਆਮ ਪਬਲਿਕ ਦੀ ਸ਼ਾਇਰੀ ਹੋਏਗੀ। ਤੁਸੀਂ ਹੁਣ ਤੱਕ ਜਿੰਨਾ ਵੀ ਕਲਾਮ ਵੇਖਿਆ, ਤੁਹਾਡੀ ਨਜ਼ਰ ਚੋਂ ਗੁਜ਼ਰਿਆ, ਉਹ ਅਵਾਮੀ ਮੌਜ਼ੂਆਤ ਤੇ ਗੱਲ ਕੀਤੀ। ਯਾਨੀ ਕਿ ਬਿਊਰੋਕ੍ਰੈਟਿਕ ਸ਼ਾਇਰੀ ਜਿਹੜੀ ਹੈ, ਨਹੀਂ ਬਿਊਰੋਕ੍ਰੇਸੀ ਦਾ ਸ਼ਾਇਰੀ ਨਾਲ ਤਾਲੁਕ ਕੋਈ ਨਹੀਂ। ਪਿਛਲੇ ਦਿਨਾਂ ਨੂੰ ਸਾਨੂੰ ਇਤਫਾਕ ਹੋਇਆ ਸੀ ਇੱਕ ਮੁਸ਼ਾਇਰਾ ਪੜ੍ਹਨਗੇ, ਮੇਰੇ ਉਸਤਾਦ ਇਨਾਮੋ ਲੱਗ ਜਾਵੇ ਸਾਹਿਬ ਵੀ ਉਹਦੇ ਵਿੱਚ ਆਇਆ ਸਨ। ਉਹ ਬਿਊਰੋਕ੍ਰੇਸੀ ਦਾ ਇੱਕ ਮੁਸ਼ਾਇਰਾ ਸੀ ਤੇ ਹੁਣ ਸੰਜੀਦਾ ਸ਼ਾਇਰ ਵੀ ਸਨ, ਮਜ਼ਾਹੀਆ ਵੀ ਸਨ। ਦੋਸਤਾਂ ਨੇ ਜ਼ੋਰ ਲਾਇਆ, ਗੱਲ ਨਾ ਬਣੀ ਤੇ ਮੈਂ ਜਦੋਂ ਸਟੇਜ ਤੇ ਗਿਆ, ਮੇਰੇ ਬਾਅਦ ਇਨਾਮ ਸਾਹਿਬ ਨੇ ਆਣਾ ਸੀ, ਤੁਹਾਨੂੰ ਆਖਿਆ ਜੀ ਸਭ ਨੇ ਜ਼ੋਰ ਲਾਇਆ ਤੇ ਮੈਂ ਵੀ ਕੋਸ਼ਿਸ਼ ਕਰਦਾ। ਤੁਸੀਂ ਅੰਦਾਜ਼ਾ ਕਰੋ ਕਿ ਇਨਾਮ ਸਾਹਿਬ ਵੀ ਹੱਥ ਖੜੇ ਕਰ ਗਏ, ਉਹ ਸਾਡਾ ਇੰਜ ਦਾ ਠੰਡਾ ਮੁਸ਼ਾਇਰਾ ਗਿਆ ਸੀ। ਤੇ ਬਿਊਰੋਕ੍ਰੇਸੀ ਦਾ ਮੁਸ਼ਾਇਰੇ ਨਾਲ ਕੋਈ ਵਾਸਤਾ ਕੋਈ ਨਹੀਂ ਹੈਗਾ, ਹਾਲਾਂਕਿ ਸਾਡੇ ਬਹੁਤ ਸਾਰੇ ਦੋਸਤ ਬਿਊਰੋਕਰੇਟ ਸ਼ਾਇਰ ਹਨ ਨੇ। ਸਹੀ 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 ਸਹੀ। ਸ਼ੇਰ ਦਾ ਤੇ ਦਿਲ ਨਾਲ ਵਾਸਤਾ ਹੁੰਦਾ ਹੈ। ਅੱਛਾ, ਬਿਊਰੋਕ੍ਰੇਸੀ ਨਾਲ ਉਹਦਾ ਕੋਈ ਵਾਸਤਾ ਨਹੀਂ। ਅੱਛਾ, ਤੁਸੀਂ ਆਪਣੀ ਸ਼ਾਇਰੀ 'ਚ ਸਿੱਖਣ ਲਈ ਜਦੋਂ ਤੁਸੀਂ ਸਿੱਖ ਰਹੇ ਸੋ, ਜੋ ਦੇਖ ਰਹੇ ਸੋ, ਜ਼ਾਹਰ ਬੰਦਾ ਨੋ ਮੌਜ ਹੁੰਦਾ, ਕਿਸੇ ਨੂੰ ਉਸਤਾਦ ਬਣਾਇਆ, ਕਿਸੇ ਕੋਲ ਸਲਾਹ ਲਈ? ਵੈਸੇ ਤੇ ਜਿਹੜੀ ਸ਼ੁਰੂ 'ਚ ਗੱਲ ਅਸੀਂ ਕੀਤੀ ਹੈ ਨਾ ਕਿ ਤੁਹਾਡੇ ਅੰਦਰ ਤਖਲੀਕੀ ਸਲਾਹੀਅਤ ਹੋਣੀ ਚਾਹੀਦੀ ਹੈ, ਔਰ ਤੁਹਾਡੇ ਅੰਦਰ ਤੁਸੀਂ ਐਡੇ ਬਿਹਤਰ ਤਖਲੀਕਾਰ ਹੋਵੋ, ਤੁਸੀਂ ਕਿਸੇ ਚੀਜ਼ ਨੂੰ ਵੇਖ ਕੇ ਸਿੱਖ ਸਕੋ। ਠੀਕ ਹੈ। ਲੇਕਿਨ ਮੈਂ ਅਖਤਰ ਸ਼ੇਖ ਸਾਹਿਬ ਸਾਡੇ ਉਸਤਾਦ ਸਨ ਮਰਹੂਮ, ਖੁਦਾ ਗਰੀਕੇ ਰਹਿਮਤ ਕਰੇ। ਫਿਰ ਮੇਰੇ ਯਾਰਾਂ ਦੇ ਵਿੱਚ ਵੀ ਐਸੇ ਦੋਸਤ ਡਾਕਟਰ ਜੁਨੇਦ ਆਜ਼ਰ, ਅਲੀ ਯਾਸਰ, ਐਸੇ ਦੋਸਤਾਂ ਨਾਲ ਮੁਸ਼ਾਵਰਤ ਨਾਲ ਮੈਂ ਕੁਛ ਨਾ ਕੁਛ ਉਹਦੀ ਸਿੱਧੀ ਪੱਧਰੀ ਉਹ ਚੀਜ਼ਾਂ ਕਰਦਾ ਰਿਹਾ। ਤੇ ਬਸ ਅਜੇ ਤੱਕ ਸਿੱਖਣ ਦਾ ਪ੍ਰੋਸੈਸ
ਜਾਰੀ ਹੈ। ਅੱਛਾ, ਸ਼ਾਇਰੀ ਅਤਾ ਹੁੰਦੀ ਹੈ ਜੀ ਸ਼ਾਇਰੀ ਅਤਾ ਹੁੰਦੀ ਜਾਂ ਕੋਈ ਬੰਦਾ ਦੇਖ ਕੇ ਨੂੰ ਸਿੱਖ ਸੁੱਖ ਲੈਂਦਾ? ਨਹੀਂ, ਹੁੰਦਾ ਕੀ ਹੈ, ਤੁਸੀਂ ਜ਼ੋਰ ਜ਼ਬਰਦਸਤੀ ਸ਼ਾਇਰ ਨਹੀਂ ਬਣਦੇ। ਜਿਵੇਂ ਤੁਸੀਂ ਵੀ ਮਜ਼ਾਹ ਦਾ ਤੁਹਾਡਾ ਵੀ ਹਵਾਲਾ ਹੈ, ਮੈਂ ਵੀ ਮਜ਼ਾਹ ਲਿਖਦਾ। ਅਗਰ ਤੁਸੀਂ ਅੱਛੇ ਤਖਲੀਕਾਰ ਹੋ ਨਾ, ਤੇ ਡਿਫਰੈਂਟ ਤਰੀਕਿਆਂ ਨਾਲ ਤੁਸੀਂ ਉਹ 'ਚ ਮਜ਼ਾਹ ਪੈਦਾ ਕਰ ਸਕਦੇ ਹੋ। ਲੇਕਿਨ ਤੁਹਾਡੀ ਅਗਰ ਜ਼ਮੀਨ ਜਿਹੜੀ ਉਹ ਜ਼ਰਖੇਜ਼ ਹੀ ਨਹੀਂ ਹੈ, ਤੇ ਜ਼ਬਰਦਸਤੀ ਤੁਸੀਂ ਸ਼ਾਇਰ ਨਹੀਂ ਬਣ ਸਕਦੇ। ਤੇ ਉਹ ਖਿਆਲਾਤ ਜਦੋਂ ਤੁਹਾਡੇ ਅੰਦਰ ਪਨਪਦੇ ਨੇ, ਫਿਰ ਉਹ ਤੁਸੀਂ ਉਹਨੂੰ ਤਰਤੀਬ ਦਿੰਦੇ ਹੋ। ਔਰ ਤਰਤੀਬ ਇਹ ਆ ਕਿ ਤੁਹਾਨੂੰ ਸ਼ਾਇਰੀ ਦੇ ਜਿਹੜੇ ਰਮੂਜ਼ ਨੇ ਉਹਨਾਂ ਨਾਲ ਵਾਕਫੀਅਤ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਤੇ ਹਰ ਬੰਦੇ ਦੇ ਅੰਦਰ ਇੱਕ ਤਖਲੀਕਾਰ ਹੁੰਦਾ ਹੈ, ਲੇਕਿਨ ਉਹ ਜਿਹੜੀ ਤਰਤੀਬ ਹੁੰਦੀ ਹੈ ਨਾ, ਦੇਖੋ ਦੁਨੀਆ ਜਾਂ ਕਾਇਨਾਤ ਹੈ ਜਿਹੜੀ ਇਹ ਵੀ ਇੱਕ ਤਰਤੀਬ ਔਰ ਇੱਕ ਸਿਲਸਿਲੇ ਨਾਲ ਚੱਲ ਰਹੀ ਹੈ। ਤੇ ਸ਼ਾਇਰੀ ਦੇ ਵਿੱਚ ਵੀ ਉਹ ਜਿਹੜਾ ਰਮੂਜ਼ ਜਿਹਨੂੰ ਅਸੀਂ ਇਲਮੇ ਉਰੂਜ਼ ਕਹਿੰਦੇ ਹਾਂ, ਉਹਦੇ ਨਾਲ ਤੁਹਾਡੀ ਵਾਕਫੀਅਤ ਹੋਣਾ ਜ਼ਰੂਰੀ ਹੈ। ਫਿਰ ਤੁਹਾਨੂੰ ਮਿਸਰੇ ਦੀ ਬੁਣਤ ਦਾ ਪਤਾ ਹੋਣਾ ਚਾਹੀਦਾ ਕਿ ਮਿਸਰਾ ਉਹਦਾ ਤਲਾਜ਼ਮਾ ਕੀ ਹੁੰਦਾ ਹੈ, ਜੋੜ ਤੋੜ ਕੀ ਹੁੰਦਾ ਹੈ, ਕਾਫੀਆ ਰਦੀਫ ਕਿਵੇਂ ਤੁਸੀਂ ਬਿਹਤਰ ਕਰ ਸਕਦੇ ਹੋ। ਬਹੁਤ ਸਾਰੇ ਦੋਸਤ ਨੇ ਉਹ ਰਦੀਫ ਨੂੰ ਨਾਲ ਐਵੇਂ ਗੰਢੀ ਜਾਂਦੇ ਨੇ, ਜਦੋਂ ਕਿ ਰਦੀਫ ਜਿਹੜੀ ਉਹ ਕਾਫੀਏ ਨਾਲ ਮਿਲ ਕੇ ਆਪਣਾ ਮਾਨਾ ਦਿੰਦੀ ਹੈ, ਨਵਾਂ ਮਜ਼ਮੂਨ ਪੈਦਾ ਕਰਦੀ। ਅੱਛਾ, ਤੁਸੀਂ ਜ਼ਿਆਦਾ ਮਜ਼ਾਹ ਲਿਖਿਆ, ਲੇਕਿਨ ਆਪਣੇ ਮਜ਼ਾਹ ਤੋਂ ਪਹਿਲਾਂ ਤੁਸੀਂ ਆਪਣੀ ਇੱਕ ਸੰਜੀਦਾ ਸ਼ਾਇਰੀ ਦੀ ਬੁੱਕ ਜਿਹੜੀ ਹੈ, ਨਾ ਤੁਸੀਂ ਦੱਸੋਗੇ ਮੈਂ ਸ਼ਾਇਦ ਨਾ ਗਲਤ ਨਾ ਲੈ ਦਵਾਂ। ਅਨਵਰ ਮਸੂਦ ਸਾਹਿਬ ਕਹਿੰਦੇ ਨੇ ਕਿ ਮਜ਼ਾਹ ਹੋਵੇ ਜਿਹਨੂੰ ਨਿਚੋੜੋ ਤੇ ਆਂਸੂ ਨਿਕਲੇ। ਠੀਕ ਹੈ। ਔਰ ਕੋਈ ਵੀ ਕੰਮ ਜਿਹੜਾ ਨਾ ਉਹ ਬੜੀ ਸੰਜੀਦਗੀ ਨਾਲ ਕੀਤਾ ਜਾਂਦਾ। ਜਿੰਨੇ ਵੀ ਨਿਗਾਰ ਮਿਜ਼ਾਗੋ ਸ਼ਾਇਰ ਨੇ, ਉਹਨਾਂ ਦੇ ਅੰਦਰ ਜਿਹੜਾ ਤਖਲੀਕਾਰ ਬੁਨਿਆਦੀ ਤੌਰ ਤੇ ਸੰਜੀਦਾ ਹੈ ਨਾ, ਔਰ ਅਸੀਂ ਮਿਜ਼ਾਹ ਨੂੰ ਵੀ ਬੜੀ ਸੰਜੀਦਗੀ ਨਾਲ ਕਵਾਂਗੇ। ਔਰ ਮਿਜ਼ਾਹ ਮੇਰੀ ਪਹਿਚਾਣ ਹੈ, ਲੇਕਿਨ ਮੈਂ ਜਦੋਂ ਆਮਦ ਹੁੰਦੀ ਤੇ ਉਦੋਂ ਮੈਂ ਰੋਕ ਨਹੀਂ ਸਕਦਾ। ਉਹ ਮੇਰੀ ਪੰਜਾਬੀ ਸ਼ਾਇਰੀ ਦੀ ਗੀਤਾਂ ਗਜ਼ਲਾਂ ਦੀ ਕਿਤਾਬ ਹੈ, ਧੁੱਪਾਂ ਸਹਿੰਦੇ ਰੁੱਖ। ਧੁੱਪਾਂ ਸਰ ਪੰਜਾਬੀ ਬੋਲੋ ਨਾ। ਧੁੱਪਾਂ ਸਹਿੰਦੇ ਰੁੱਖ, ਯਾਨੀ ਕਿ ਰੁੱਖ ਅਸੀਂ ਕਿਸੇ ਦਰਖਤ ਨੂੰ, ਸਰ ਇਹ ਦਰਖਤ ਹੈ ਨਾ। ਹਾਂਜੀ, ਠੀਕ ਹੈ। ਇਹ ਆਪਣੇ ਉੱਤੇ ਧੁੱਪ ਬਰਦਾਸ਼ਤ ਕਰਦਾ ਹੈ, ਕੱਕਰ ਪਾਲੇ ਗਰਮੀ ਸਰਦੀ ਬਰਦਾਸ਼ਤ ਕਰਦਾ ਹੈ। ਇਹਦੀ ਖੂਬੀ ਇਹ ਵੇ ਕਿ ਆਪਣੇ ਥੱਲੇ ਬਹਿਣ ਵਾਲੇ ਨੂੰ ਠੰਡੀ ਛਾਂ ਦਿੰਦਾ। ਸਹੀ। ਔਰ ਫਿਰ ਇਹ ਨਹੀਂ ਵੇਖਦਾ ਕਿ ਮੇਰੇ ਥੱਲੇ ਬਹਿਣ ਵਾਲਾ ਆਪਣਾ ਹੈ, ਪਰਾਇਆ ਹੈ, ਦੋਸਤ ਹੈ, ਦੁਸ਼ਮਣ ਹੈ। ਫਿਰ ਤੁਸੀਂ ਇਹਨੂੰ ਢੇਮ ਮਾਰੋਗੇ ਤੇ ਇਹ ਤੁਹਾਨੂੰ ਫਲ ਦੇਵੇਗਾ। ਬੁਨਿਆਦੀ ਤੌਰ ਤੇ ਉਹ ਮੇਰੀ ਗਜ਼ਲ ਦਾ ਮਿਸਰਾ ਸੀ ਕਿ ਮੀਂਹ ਹਨੇਰੀ ਕੱਕਰ ਪਾਲੇ ਧੁੱਪਾਂ ਸਹਿੰਦੇ ਰੁੱਖ, ਧੰਨ ਲੋਕੋ ਇਹ ਮਾਵਾਂ ਹੁੰਦੀਆਂ ਧੰਨ ਮਾਵਾਂ ਦੇ ਦੁੱਖ। ਬੁਨਿਆਦੀ ਤੌਰ ਤੇ ਉਹ ਵਾਲਦੈਨ ਨਾਲ ਤਸ਼ਬੀਹ ਦਿੱਤੀ ਗਈ ਸੀ। ਅੱਛਾ, ਮਜ਼ਾਹੀਆ ਸ਼ਾਇਰ ਤੇ ਅਸੀਂ ਤੁਹਾਡੇ ਕੋਲ ਸੁਣਾਂਗੇ ਕੁਝ ਸੰਜੀਦਾ ਸ਼ਾਇਰੀ ਉਸ ਕਿਤਾਬ ਦੇ ਵਿੱਚੋਂ, ਅਗਰ ਇਸ ਵੇਲੇ ਤੁਹਾਨੂੰ। ਹਾਂ, ਉਹਦੇ ਲਾਸਟ ਪੇਜ ਤੇ ਸ਼ਾਇਦ ਇੱਕ ਗਜ਼ਲ ਹੈ ਕਿ ਯਾਰਾਂ ਦਰਦ ਵੰਡਾਇਆ ਨਹੀਂ ਤੇ ਕੀ ਹੋਇਆ। ਯਾਰਾਂ ਦਰਦ ਵੰਡਾਇਆ ਨਹੀਂ ਤੇ ਕੀ ਹੋਇਆ, ਕੰਮ ਜੇ ਕੋਈ ਆਇਆ ਨਹੀਂ ਤੇ ਕੀ ਹੋਇਆ। ਤੇ ਸ਼ੇਰੋ ਸੁਖਨ ਦੀ ਸਾਡੇ ਪੱਲੇ ਦੌਲਤ ਵੇ, ਦੁਨੀਆ ਦਾ ਸਰਮਾਇਆ ਨਹੀਂ ਤੇ ਕੀ ਹੋਇਆ। ਤੇ ਕਿਸੇ ਨੂੰ ਸਾਡੇ ਵਿੱਚੋਂ ਵੀ ਰੱਬ ਦਿਸਦਾ ਏ, ਮਜ਼ਹਬੀ ਰੰਗ ਚੜਾਇਆ ਨਹੀਂ ਤੇ ਕੀ ਹੋਇਆ। ਤੇ ਸਾਡੀ ਛਾਵੇਂ ਲੋਕੀ ਆ ਕੇ ਬਹਿੰਦੇ ਨੇ, ਸਾਡੀ ਛਾਵੇਂ ਲੋਕੀ ਆ ਕੇ ਬਹਿੰਦੇ ਨੇ, ਸਾਡੇ ਸਿਰ ਤੇ ਸਾਇਆ ਨਹੀਂ ਤੇ ਕੀ ਹੋਇਆ। ਤੇ ਆਖਰ ਤੇਰੀ ਆਕੜ ਤੇ ਭੰਨ ਦਿੱਤੀ ਏ, ਮੈਂ ਜੇ ਤੈਨੂੰ ਢਾਇਆ ਨਹੀਂ ਤੇ ਕੀ ਹੋਇਆ। ਕਿਆ ਬਾਤ, ਕਿਆ ਬਾਤ। ਯਾਨੀ ਕਿ ਬੜਾ ਵੱਡਾ ਇੱਕ ਸੋਸ਼ਲ ਸਬਕ ਤੁਸੀਂ ਇਹਦੇ ਚ ਦਿੱਤਾ ਕਿ ਕਿਸੇ ਨੂੰ ਆਕੜੀ ਖਤਮ ਕਰ ਦਿਓ ਕਿ ਹੁਣ ਢੋਣਾ ਜ਼ਰੂਰੀ ਨਹੀਂ ਹੈ। ਸਰ ਇੱਕ ਪਹਿਲਵਾਨਾਂ ਤਰ੍ਹਾਂ ਆਕੜ ਕੀ ਹੈ, ਬੁਨਿਆਦੀ ਤੌਰ ਤੇ ਨਾ ਅਨਾਹ ਹੈ ਨਾ। ਜਿਹੜੇ ਬੰਦੇ ਦੇ ਵਿੱਚ ਅਨਾਹ ਨਹੀਂ ਹੈ ਨਾ, ਜ਼ਰੂਰੀ ਨਹੀਂ ਹੈ ਕਿ ਉਹਨੂੰ ਵੱਟਾ ਮਾਰੋ ਤੁਸੀਂ, ਬੰਦੇ ਤੇ ਗੱਲਾਂ ਨਾਲ ਮਰ ਜਾਂਦੇ। ਸਹੀ ਬਾਤ, ਸਹੀ ਬਾਤ। ਤੇ ਬੰਦਾ ਗੱਲ ਦਾ ਹੀ ਹੁੰਦਾ। ਔਰ ਜਿਹੜਾ ਸਬਕ ਦੀ ਤੁਸੀਂ ਗੱਲ ਕੀਤੀ ਨਾ, ਹਰ ਸ਼ੇਰ ਇੱਕ ਆਪਣੇ ਅੰਦਰ ਸਬਕ ਰੱਖਦਾ ਹੈ। ਔਰ ਅਸੀਂ ਅਸਾਤਜ਼ਾ ਕੋਲੋਂ ਇਹੀ ਸਿੱਖਿਆ ਕਿ ਜਿਹੜੀ ਸ਼ਾਇਰੀ ਦੇ ਵਿੱਚ ਕੋਈ ਮਕਸਦ ਨਾ ਹੋਵੇ ਨਾ, ਉਹ
ਫੱਕੜਪਨ ਹੁੰਦਾ ਹੈ, ਸ਼ਾਇਰੀ ਥੋੜੀ ਹੁੰਦੀ ਹੈ। ਤੁਹਾਡੀ ਇੱਕ ਅਦਬੀ ਤਨਜ਼ੀਮ ਹੈ ਇਸ਼ਾਰਾ ਇੰਟਰਨੈਸ਼ਨਲ, ਜੀ ਹਾਂ। ਜਿਹਨੇ ਇਸਲਾਮਾਬਾਦ 'ਚ ਬੜੀ ਧੁੰਮ ਮਚਾ ਰੱਖੀ ਸੀ। ਉਹਦੇ ਤਹਿਤ ਬੜੇ ਬੜੇ ਵੱਡੇ ਮੁਸ਼ਾਇਰੇ ਆਲਮੀ ਮੁਸ਼ਾਇਰੇ ਕੀਤੇ ਦੇਖਣ ਨੂੰ ਮਿਲੇ, ਲੇਕਿਨ ਉਹ ਬਾਅਦ 'ਚੋਂ ਕਰੋਨਾ ਦੀ ਵਜ੍ਹਾ ਨਾਲ ਸ਼ਾਇਦ 2-3 ਸਾਲ ਉਹ ਸੈਟਅਪ ਜ਼ਰਾ ਥੋੜਾ ਜਿਹਾ ਮਹਿਦੂਦ ਕਰਨਾ ਪਿਆ। ਜੀ ਹਾਂ, ਫਿਰ ਦੁਬਾਰਾ ਤੋਂ ਸ਼ੁਰੂ ਕਰ ਰਹੇ ਹਾਂ। ਇਸ਼ਾਰਾ ਇੰਟਰਨੈਸ਼ਨਲ ਬੁਨਿਆਦੀ ਤੌਰ ਤੇ ਇਹਨੇ ਹੁਣ ਤੱਕ ਨਾ ਕੋਈ 5 ਆਲਮੀ ਮੁਸ਼ਾਇਰੇ ਕੀਤੇ ਨੇ, ਜਿਹਦੇ ਵਿੱਚ ਨਾ 16 ਮਮਾਲਿਕ 17 ਮਮਾਲਿਕ ਦੇ ਸ਼ੋਰਾ ਕਰਾਮ ਸ਼ਾਮਿਲ ਹੁੰਦੇ ਰਹੇ। ਇੰਟਰਨੈਸ਼ਨਲੀ ਇਹਨੂੰ ਇਹਦਾ ਜਿਹੜਾ ਆਲਮੀ ਮੁਸ਼ਾਇਰਾ ਹੁੰਦਾ ਸੀ ਉਹਨੂੰ ਇੰਟਰਨੈਸ਼ਨਲ ਮੁਸ਼ਾਇਰਾ ਇਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਉਹਦੇ ਵਿੱਚ ਦੀਗਰ ਮਮਾਲਿਕ ਜਿਹੜੇ ਉਰਦੂ ਔਰ ਪੰਜਾਬੀ ਦੇ ਸ਼ੋਰਾ ਕਰਾਮ ਉਹਨਾਂ ਨੂੰ ਅਸੀਂ ਉਹਦੇ ਚ ਬੁਲਾਉਂਦੇ ਹੁੰਦੇ ਸਾਂ। ਫਿਰ ਅਸੀਂ ਉਹਦੇ ਚ ਅਵਾਰਡਸ ਦਿੰਦੇ ਸਾਂ। 4 ਅਸੀਂ ਉਹਦੇ ਵਿੱਚ ਨਾ ਲਾਈਫ ਟਾਈਮ ਅਵਾਰਡ ਦਿੰਦੇ ਸਾਂ। ਸਹੀ। ਤੇ ਉਹ ਕਰੋਨਾ ਨੇ ਤੇ ਖੈਰ ਬਹੁਤ ਸਾਰੀਆਂ ਚੀਜ਼ਾਂ ਨੂੰ ਮੁਤਾਸਰ ਕੀਤਾ, ਉਹਦੇ ਵਿੱਚ ਇਸ਼ਾਰਾ ਵੀ ਸ਼ਾਮਿਲ ਹੈ। ਬਲਕਿ ਅੱਜ ਹੀ ਮੇਰੀ ਜੁਨੇਦ ਆਜ਼ਰ ਸਾਹਿਬ ਨਾਲ ਗੱਲ ਹੋਣ ਲਈ ਸੀ ਤੇ ਅਸੀਂ ਪਲਾਨ ਕੀਤਾ ਕਿ ਕੁਝ ਦਿਨਾਂ ਤੱਕ ਸ਼ਾਇਦ 1 ਅੱਧੇ ਮਹੀਨੇ ਦੇ ਵਿੱਚ ਅਸੀਂ ਇੱਕ ਅੱਛਾ ਮੁਸ਼ਾਇਰਾ ਫਿਰ ਅਰੇਂਜ ਕਰਾਂਗੇ। ਔਰ ਉਹ ਗੈਰ ਫਾਲ ਨਹੀਂ ਹੋਈ, ਬਸ कुछ ऐसा सिलसिला हो गया कि उन्होंने थोड़ी देर वास्ते असी जरा रेस्ट दी है, लेकिन वो सिलसिला चलेगा। सही। और ਉਹਦੇ ਨਾਲ ਹੁੰਦਾ ਕੀ ਸੀ ਕਿ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਜਿੱਥੇ ਸੀਨੀਅਰ ਸ਼ੋਰਾ ਕਰਾਮ ਆਣ, ਲਾਈਕ ਮਤਲਬ ਵੱਡੇ ਵੱਡੇ ਲੋਕਾਂ ਨੂੰ ਜਿਨ੍ਹਾਂ ਨੂੰ ਇਫਤਖਾਰ ਆਰਿਫ ਸਾਹਿਬ ਸਮੇਤ ਅਸੀਂ ਲਾਈਫ ਟਾਈਮ ਅਵਾਰਡ ਜਿਨ੍ਹਾਂ ਨੂੰ ਦਿੱਤੇ, ਉਹਨਾਂ ਦੇ ਨਾਲ ਅਸੀਂ ਨੌਜਵਾਨ ਸ਼ੋਰਾ ਨੂੰ ਵੀ ਉਹਦੇ ਵਿੱਚ ਭਰਪੂਰ ਮੌਕਾ ਦਿੱਤਾ ਔਰ ਮਜ਼ਾਫਾਤ ਦੇ ਸ਼ਾਇਰਾਂ ਨੂੰ ਉਹਦੇ ਵਿੱਚ ਬੁਲਾਉਂਦੇ ਰਹੇ। ਔਰ ਅਸੀਂ ਸਟੇ ਦਿੰਦੇ ਰਹੇ ਦੋਸਤਾਂ ਨੂੰ, ਖਾਣੇ ਪੀਣੇ ਦਾ ਬੜਾ ਅੱਛਾ ਇੰਤਜ਼ਾਮ ਕਰਦੇ ਰਹੇ, ਅਵਾਰਡ ਵੀ ਦਿੰਦੇ ਰਹੇ। ਤੇ ਉਹ ਖੁਦਾ ਕਰੇਗਾ ਕਿ ਉਹ ਸਿਲਸਿਲਾ ਫਿਰ ਤੋਂ ਸ਼ੁਰੂ ਹੋਵੇਗਾ। ਅੱਛਾ, ਅਸੀਂ ਮਜ਼ੀਦ ਤੁਹਾਡੀ ਕੋਈ ਮਜ਼ਾਹੀਆ ਸ਼ਾਇਰੀ ਦਾ ਕੋਈ ਹੋਰ ਬੰਦ? ਪਹਿਲਾਂ ਤੇ ਮੈਂ ਤੁਹਾਨੂੰ ਤਾਜ਼ਾ ਸ਼ੇਰ ਸੁਣਾਣਾ। ਪਹਿਲਾਂ ਤੇ ਉਹ ਜਿਹੜੀ ਗੱਲ ਅਸੀਂ ਸ਼ਾਇਰਾਂ ਦੀ ਗੱਲ ਕਰਨੇ ਉੱਤੇ ਨਾ ਜਾਵੇਦ ਅਹਿਮਦ ਸਾਹਿਬ ਅੱਜ तमाम मरहूमीन ਮੈਨੂੰ याद आने ने ਉਹਨਾਂ ਦਾ अल्लाह उन्होंने मेरी रहमत करे शेर सी कि चंद शायर हैं जो इस शहर में मिल बैठते हैं, वरना लोगों में वो नफरत है कि दिल बैठते हैं। क्या बात। तो सर वो इशारा इंटरनेशनल दी बदौलत बहुत सारे दोस्त इत्थे साडे कोल आंदे सन, सिलसिले मुहब्बतां दे परवान चढ़दे सन ते ਉਹ शायरी ने ਜਿਹੜੇ ਐਵੇਂ ਦੀਆਂ ਰੌਣਕਾਂ ਬਰਪਾ ਕਰਦੇ ਰਹਿੰਦੇ ਨੇ। 2 ਤਾਜ਼ਾ ਸ਼ੇਰ ਸੁਣੋ ਕਿ ਤੂੰ ਸਮਝੇ ਅਸੀਂ ਕੱਲੇ ਕੁਝ ਨਹੀਂ, ਤੂੰ ਸਮਝੇ ਅਸੀਂ ਕੱਲੇ ਕੁਝ ਨਹੀਂ, ਇੱਥੇ ਕਿਸੇ ਦੇ ਪੱਲੇ ਕੁਝ ਨਹੀਂ। ਤੂੰ ਸਮਝੇ ਅਸੀਂ ਕੱਲੇ ਕੁਝ ਨਹੀਂ, ਓਏ ਇੱਥੇ ਕਿਸੇ ਦੇ ਪੱਲੇ ਕੁਝ ਨਹੀਂ, ਪਰ ਹਮਨੇ ਸਾਰੇ ਵਹਿਮ ਨੇ ਬੀਬਾ ਫੂਫਾਂ ਬੱਲੇ ਬੱਲੇ ਕੁਝ ਨਹੀਂ। ਸਹੀ। ਅੱਛਾ, ਤੁਹਾਡੀ ਪੰਜਾਬੀ ਤੇ ਅਸੀਂ ਕਾਫੀ ਸਾਰੀ ਸੁਣ ਲਈ, ਤੁਸੀਂ ਉਰਦੂ ਚ ਵੀ ਸ਼ਾਇਰੀ ਕੀਤੀ ਹੈ ਤੇ ਅੱਛੀ ਸ਼ਾਇਰੀ ਕੀਤੀ ਹੈ। ਕੋਈ ਉਰਦੂ ਦਾ ਕਲਾਮ ਤੁਹਾਡਾ? कथा सुनाना तुहानू एक। जिसके मुश्ताक हो वो सामने बैठा हो तो, जिसके मुश्ताक हो वो सामने बैठा हो तो, वादे झूठे हो या सच्चे नहीं देखे जाते। जिसके मुश्ताक हो वो सामने बैठा हो तो, वादे झूठे हो या सच्चे नहीं देखे जाते। दिल जो आ जाता है कम वक्त किसी पर साहिब, उसकी फिर उम्र या बच्चे नहीं देखे जाते। और किसी को प्रपोज करन दा एक अदबी अंदाज है। मेरे घर में तुम फूल कलियां खिला दो, मेरे घर में तुम फूल कलियां खिला दो, मेरी जिंदगी मेरा आंगन सजा दो। मेरे घर में तुम फूल कलियां खिला दो, मेरी जिंदगी मेरा आंगन सजा दो। बहुत खूबसूरत है पाँव तुम्हारे, इन्हें मेरे बच्चों की जन्नत बना दो। क्या बात, क्या बात। और परवीन शाकर दे एक मिसरे ते गिरा लाइए कि मुझसे वो मिलने आई थी गोदी में लेके बाल भी, मुझसे वो मिलने आई थी गोदी में लेके बाल भी, दिल को खुशी के साथ साथ होता रहा मलाल। और थोड़े से फासले पे ही उसके मियाँ को देखकर एक दफा तो रुक गई गर्दिशे माहो साल। क्या बात, क्या बात। अच्छा, ਤੁਹਾਡਾ ਤਲਕ ਅਕੈਡਮੀ ਅਦਬੀਆਤ ਨਾਲ ਕਾਫੀ ਰਿਹਾ,
ਸਾਡੇ ਦੋਸਤਾਂ ਅਲੀ ਯਾਸਰ ਸਾਹਿਬ ਤੁਹਾਡੇ ਵੀ ਮੁਸ਼ਤਰਕਾ ਦੋਸਤ ਸਨ, ਉਹ ਵੀ ਅਦਬੀਆਤ ਦੇ ਹਵਾਲੇ ਨਾਲ ਕਾਫੀ ਕੰਮ ਕਰਦੇ ਰਹੇ। ਤੁਸੀਂ ਸਮਝਦੇ ਹੋ ਕਿ ਅਕੈਡਮੀ ਅਦਬੀਆਤ ਜਿਹੜੀ ਸ਼ਾਇਰਾਂ ਅਦੀਬਾਂ ਦੇ ਹਵਾਲੇ ਨਾਲ ਕੋਈ ਅੱਛਾ ਕਿਰਦਾਰ ਅਦਾ ਕਰ ਰਹੀ ਹੈ ਜਾਂ ਇਹਦੇ 'ਚ ਕੋਈ ਮਜ਼ੀਦ ਬਿਹਤਰੀ ਲਿਆਈ ਜਾ ਸਕਦੀ? ਨਹੀਂ, ਮੌਜੂਦਾ ਜਿਹੜੀ ਚੇਅਰਪਰਸਨ ਨੇ ਅਕਾਦਮੀ ਦੀ ਡਾਕਟਰ ਨਜੀਬਾ ਆਰਿਫ, ਉਹ ਬੜੇ ਸੁਲਝੇ ਹੋਏ ਲਿਖਾਰੀ ਵੀ हैं ने, ਉਸਤਾਦ ਵੀ हैं ने ਔਰ ਅੱਛਾ ਕੰਮ ਕਰ ਰਹੇ ਨੇ। ਮਜ਼ੀਦ ਦੀ ਤੇ ਜ਼ਰੂਰਤ ਤੁਹਾਨੂੰ ਪਤਾ ਹੈ ਹਰ ਜਗ੍ਹਾ ਤੇ ਮੌਜੂਦ ਹੁੰਦੀ ਹੈ ਨਾ। ਔਰ ਮੈਂ ਚਾਹਨਾ ਕਿ ਅਕਾਦਮੀ ਨੂੰ ਨਾ ਪਹਿਲੇ ਤੋਂ ਜ਼ਿਆਦਾ ਫਾਲ ਆਲਰੇਡੀ ਹੈ, ਹੁਣ ਉਹਨਾਂ ਕੋਲ ਜਿੰਨਾ ਖੂਬਸੂਰਤ ਹਾਲ ਤੁਸੀਂ ਵੇਖਿਆ ਹੋਏਗਾ, ਫੈਜ਼ ਹਾਲ ਕਿੰਨਾ ਅੱਛਾ ਹੈ, ਉਹ ਮੈਂ ਚਾਹਨਾ ਕਿ ਉਹਦੇ ਦਰਵਾਜ਼ੇ ਵੀ ਲੋਕਾਂ ਵਾਸਤੇ ਖੁੱਲਣੇ ਚਾਹੀਦੇ ਨੇ। ਮਤਲਬ ਉੱਥੇ ਥੋੜਾ ਜਿਹਾ ਮੁਸ਼ਕਿਲ ਹੈ, ਜੇ ਪ੍ਰੋਗਰਾਮ ਨਹੀਂ ਉਸ ਤਰ੍ਹਾਂ ਹੋ ਰਹੇ ਜਿਹੜੇ ਕਿ ਹੋਣੇ ਚਾਹੀਦੇ ਨੇ। ਔਰ ਲੇਕਿਨ ਡਾਕਟਰ ਸਾਹਿਬਾ ਕੋਸ਼ਿਸ਼ ਕਰ ਰਹੇ ਨੇ ਔਰ ਅੱਛੀ ਕੋਸ਼ਿਸ਼ ਉਹਨਾਂ ਦੀ ਫਰੂਟਫੁਲ ਹੁੰਦੀ ਹੈ। ਨੌਜਵਾਨਾਂ ਨੂੰ ਲੈ ਕੇ ਆਏ ਨੇ, ਨਏ ਸ਼ਾਇਰਾਂ ਨੂੰ ਮਦੂ ਕਰਦੇ ਨੇ, ਸ਼ੋਰਾ ਕਰਾਮ ਦੇ ਨਾਲ ਸ਼ਾਮਾਂ ਹੁੰਦੀਆਂ ਨੇ, ਉਹਨਾਂ ਦੇ ਨਾਲ ਵਕਤ ਗੁਜ਼ਰਦਾ ਹੈ। ਹਲਕੇ ਦਾ ਇਜਲਾਸ ਤੁਹਾਨੂੰ ਪਤਾ ਉੱਥੇ ਰੈਗੂਲਰ ਹੋ ਰਿਹਾ ਤੇ ਕੋਸ਼ਿਸ਼ ਤੇ ਹੈ ਉਹਨਾਂ ਦੀ, ਲੇਕਿਨ ਜ਼ਰਾ ਵੱਡੇ ਪੈਮਾਨੇ ਤੇ ਜਾਣਾ ਚਾਹੀਦਾ ਹੈ। ਸ਼ਹਿਰ 'ਚ ਜਿਵੇਂ ਪਹਿਲੇ ਕਿਤਾਬ ਮੇਲੇ ਹੁੰਦੇ ਸਨ, ਕਾਨਫਰੰਸਿਸ ਹੁੰਦੀਆਂ ਸਨ, ਉਹ ਹੁਣ ਨਹੀਂ ਹੋ ਰਹੀਆਂ, ਜਿਹਦੀ ਮੈਂ ਸਮਝਦਾ ਜ਼ਰੂਰਤ ਹੈ ਵੇ। ਔਰ ਨੈਸ਼ਨਲ ਬੁੱਕ ਫਾਊਂਡੇਸ਼ਨ ਦੀ ਤੇ ਇੱਕ ਦੋ ਐਸੀ ਚੀਜ਼ਾਂ ਨਜ਼ਰ ਆਈਆਂ ਨੇ ਔਰ ਆਰਟਸ ਕੌਂਸਲਸ ਦੇ ਵੀ ਕਰਾਚੀ 'ਚ ਜਾਂ ਦੀਗਰ ਸ਼ਹਿਰਾਂ 'ਚ ਹੋ ਰਹੇ ਨੇ। ਅਕਾਦਮੀ ਦਾ ਸਾਡੇ ਸ਼ਹਿਰ 'ਚ ਕਮ ਸੇ ਕਮ ਹੋਣਾ ਚਾਹੀਦਾ ਹੈ, ਜਿਹੜਾ ਨਹੀਂ ਹੋ ਰਿਹਾ। CDA ਨੇ ਇੱਕ ਪਿਛਲੇ ਦਿਨਾਂ ਐਸੀ ਪਾਰਕ ਦੇ ਵਿੱਚ ਇੱਕ ਮੇਲਾ ਮੁਨੱਕਦ ਕੀਤਾ ਸੀ, ਸਹੀ ਆਕਸਫੋਰਡ ਦੇ ਨਾਲ ਮਿਲ ਕੇ। ਤੇ ਅਕਾਦਮੀ ਨੂੰ ਜ਼ਰੂਰਤ ਹੈ, ਲੇਕਿਨ ਅੱਛੇ ਦੀ ਉਮੀਦ ਹੈ। ਅੱਛਾ ਸ਼ਹਬਾਜ਼ ਸਾਹਿਬ, ਕਿਸੇ ਸ਼ਾਇਰ ਲਈ ਇਹ ਐਜ਼ਾਜ਼ ਦੀ ਗੱਲ ਹੈ ਕਿ ਉਹਦਾ ਕਲਾਮ ਕਿਸੇ ਐਸੇ ਪ੍ਰੋਗਰਾਮ ਦਾ ਹਿੱਸਾ ਬਣੇ ਜਿਹੜਾ ਮਜ਼ਾਕ ਇੱਕ ਮਕਬੂਲ ਪ੍ਰੋਗਰਾਮ ਹੋਵੇ। ਮਜ਼ਾਕਰਾਤ 'ਚ ਤੁਹਾਡੇ ਕਾਲੋ ਦੇ ਨਾਂ ਤੋਂ ਇੱਕ ਸ਼ਾਇਰੀ ਹੈ ਤੁਹਾਡੀ ਮਜ਼ਾਹੀ ਹੈ, ਉਹਦੀ ਪਜ਼ੀਰ ਆਈ ਹੋਈ, ਤੁਹਾਨੂੰ ਇਸ ਗੱਲ ਤੇ ਕੋਈ ਗੁੱਸਾ ਆਇਆ ਜਾਂ ਖੁਸ਼ੀ ਹੋਈ ਕਿਉਂਕਿ ਪ੍ਰੋਗਰਾਮ 'ਚ ਗੋ ਕਿ ਤੁਹਾਡਾ ਨਾਮ ਐਜ਼ ਏ ਸ਼ਾਇਰ ਸ਼ਾਮਲ ਨਹੀਂ ਕੀਤਾ ਗਿਆ? ਨਹੀਂ, ਐਸੇ 'ਚ ਕੋਈ ਫੀਲ ਨਹੀਂ ਹੋਇਆ ਕਿਉਂਕਿ ਇਹ ਜ਼ੁਲਮ ਜ਼ਿਆਦਤੀ ਸ਼ਾਇਰਾਨਾ ਸ਼ੁਰੂ ਤੋਂ ਹੁੰਦੀ ਹੈ। ਸਾਡੇ ਇੱਕ ਸੀਨੀਅਰ ਸ਼ਾਇਰ ਨੇ ਮੇਰੀ ਹੋਰ ਨਜ਼ਮ ਪੜ੍ਹੀ, ਉਹਨਾਂ ਨੇ ਵੀ ਤਜ਼ਕਰਾ ਨਹੀਂ ਕੀਤਾ, ਦੱਸਿਆ ਨਹੀਂ ਹੈ। ਕਈ ਮੇਰੇ ਗੀਤ ਜਿਹੜੇ ਨੇ, ਬਲਕਿ ਇੱਕ ਤੇ ਬਹੁਤ ਮਕਬੂਲ ਗੀਤ ਸੀ ਮੇਰਾ, ਮਜ਼ਹਬੀ ਗੀਤ ਸੀ, ਲੇਕਿਨ ਉਹ ਜਿੰਨੇ ਦੂਜੇ ਬੰਦੇ ਨੇ ਉਹਨੂੰ ਆਪਣੇ ਪੇਜ ਤੋਂ ਅਪਲੋਡ ਕੀਤਾ ਨਾ, ਤੇ ਉਹਨੇ ਉਹਨਾਂ ਹਿੱਸਾ ਹੀ ਕੱਟ ਦਿੱਤਾ ਜਿੱਥੇ ਕਿਉਂਕਿ ਉਹਦੇ ਵਿੱਚ ਡਾਇਲੋਗ ਦੇ ਵਿੱਚ ਮੇਰਾ ਤਜ਼ਕਰਾ ਆਉਂਦਾ ਤੇ ਉਹ ਡਾਇਲੋਗ ਹੀ ਉਹਨੇ ਉਹਨਾਂ ਖਤਮ ਕਰਕੇ। ਤੇ ਉਹ ਮੇਰੇ ਵਾਸਤੇ ਇੱਜ਼ਤ ਦੀ ਗੱਲ ਹੈ, ਇੱਕ ਵੱਡੇ ਆਦਮੀ ਨੇ, ਅਕਰਮ ਉਦਾਸ ਸਾਹਿਬ ਨੇ ਉਹ ਪੜ੍ਹੀ ਸੀ। ਲੇਕਿਨ ਇਹ ਹੈ ਕਿ ਅਗਰ ਹੋ ਜਾਂਦਾ ਤਾਂ ਜ਼ਿਆਦਾ ਅੱਛਾ ਸੀ, ਲੇਕਿਨ ਸ਼ਾਇਦ ਉਹਦਾ ਫਾਰਮੈਟ ਉਸ ਪ੍ਰੋਗਰਾਮ ਦਾ ਇੰਝ ਦਾ ਹੈ ਕਿ ਉਹ ਪੜ੍ਹਦੇ ਉਹ ਨੇ, ਦੱਸਦੇ ਨਹੀਂ ਹੈ। ਜਿਵੇਂ ਸਾਡੇ ਇੱਕ ਹੋਰ ਦੋਸਤ ਦਾ ਕਲਾਮ ਵੀ ਮਤਲਬ ਇੱਕ ਸੀਨੀਅਰ ਮਜ਼ਾਹੀਆ ਫਨਕਾਰ ਜਿਹੜੇ ਉਹ ਪੜ੍ਹਦੇ ਨੇ, ਲੇਕਿਨ ਉਹ ਲੋਕਾਂ ਨੂੰ ਇਹੀ ਪਤਾ ਲੱਗਦਾ ਕਿ ਉਹਨਾਂ ਦਾ ਕਲਾਮ ਹੈ। ਅੱਛਾ, ਤੁਹਾਡਾ ਜਿਹੜਾ ਹਲਕਾ ਅਹਿਬਾਬ ਹੈ ਉਹ ਤੁਹਾਡੀ ਮਜ਼ਾਹੀਆ ਸ਼ਾਇਰੀ ਤੇ ਕਹਿ ਕੇ ਲਾਉਂਦਾ ਹੈ, ਤੁਹਾਡੇ ਨਾਲ ਹੱਸਦਾ ਹੈ, ਤੇ ਜਦੋਂ ਤੁਹਾਡੀ ਦੁਖੀ ਸ਼ਾਇਰੀ ਤੇ ਉਹ ਰੋਂਦਾ ਵੀ ਹੈ। ਸਭ ਫਨਕਾਰੀ ਤੇ ਆਈ ਹੈ। ਤੁਸੀਂ ਸਮਝਦੇ ਹੋ ਕਿ ਤੁਸੀਂ ਅੱਛੇ ਨਵਾਜ਼ ਹੋ, ਨਬਜ਼ ਜਿਹੜੀ ਪਹਿਚਾਨਦੇ ਹੋ ਕਿ ਇਸ ਵੇਲੇ ਡਿਮਾਂਡ ਕੀ ਹੈ, ਉਸ ਡਿਮਾਂਡ ਦੇ ਮੁਤਾਬਕ ਚੱਲਦੇ? ਦੇਖੋ ਜੀ, ਮੇਰੇ ਖਿਆਲ ਕਾਫੀ ਸਿਨਫਾਂ ਵਿੱਚ ਕੰਮ ਕੀਤਾ। ਮੈਂ ਨੌਹਾ ਕਿਹਾ, ਮੈਂ ਮਸੀਹੀ ਗੀਤ ਲਿਖੇ ਔਰ ਸੰਜੀਦਾ ਸ਼ਾਇਰੀ ਕੀਤੀ, ਮਜ਼ਾਹੀਆ ਸ਼ਾਇਰੀ ਕੀਤੀ, ਲੋਕਾਂ ਨੇ ਗਾਈ ਵੀ। ਬਾਜ਼ ਦਫਾ ਇਹ ਹੁੰਦਾ ਹੈ ਕਿ ਜਿਵੇਂ ਅਸੀਂ ਸੰਜੀਦਾ ਸ਼ਾਇਰਾਂ 'ਚ ਜਦੋਂ ਕਲਾਮ ਪੜ੍ਹਦੇ ਹਾਂ ਨਾ, ਉਹ ਸਾਡਾ ਇੱਕ ਦੋਸਤ ਕਹਿੰਦਾ ਹੁੰਦਾ ਯਾਰ ਇੰਝ ਹੀ ਹੈ ਜਿਵੇਂ ਤੁਸੀਂ ਕਿਸੇ ਦੇ ਕੁੱਲਾਂ ਤੇ ਗਏ ਹੋ ਉੱਥੇ ਲਤੀਫੇ ਸੁਣਾਓ। ਲੇਕਿਨ ਇਹ ਹੈ ਕਿ ਜਦੋਂ ਅਸੀਂ ਪੜ੍ਹ ਲੈਂਦੇ ਹਾਂ ਨਾ, ਉਦੋਂ ਫਿਰ ਸੰਜੀਦਾ ਸ਼ਾਇਰ ਜਿਹੜੇ ਨਾ ਉਹ ਵਿਚਾਰੇ ਜ਼ਰਾ ਉਹਨਾਂ ਦਾ ਕੰਮ ਢਿੱਲਾ ਪੈ ਜਾਂਦਾ ਹੈ। ਔਰ ਇਸੇ ਲਈ ਅਕਸਰ ਬੇਸ਼ਤਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਕੋਈ ਮਜ਼ਾਹੀਆ ਸ਼ਾਇਰ ਨਾ ਸ਼ਾਮਿਲ ਹੋ ਜਾਵੇ, ਜਦੋਂ ਕਿ ਇਸ ਵੇਲੇ ਬੜੀ ਅਸ਼ਦ ਜ਼ਰੂਰਤ ਹੈ ਹੱਸਣ ਦੀ। ਮਹਿੰਗਾਈ ਨੇ ਕਮਰ ਤੋੜੀ ਹੋਈ ਹੈ ਇਨਸਾਨਾਂ ਦੀ।
ਆਪਸ ਦੇ ਵਿੱਚ ਸਾਡੀ ਨਾ ਇਤਫਾਕੀ ਜੋ ਮੌਜੂਦਾ ਕਰੰਟ ਸਿਚੁਏਸ਼ਨ ਹੈ, ਹਾਲਾਤ ਨੇ, ਉਹਨਾਂ ਨੇ ਇੰਨਾ ਟੈਂਸ ਕੀਤਾ ਹੋਇਆ ਤੇ ਥੀਏਟਰ ਫਿਲਮ ਵੈਸੀ ਹੈ ਨਹੀਂ। ਅੱਛਾ, ਮੈਂ ਇੱਥੇ ਇੱਕ ਚੀਜ਼ ਦਾ ਇਜ਼ਾਫਾ ਕਰਦਾ। ਅਦਰੀਸ ਕੁਰੈਸ਼ੀ ਨੇ ਇੱਕ ਸਟੇਟਸ ਲਿਖਿਆ ਸੀ, ਬਾਅਦ 'ਚ ਮੈਂ ਸ਼ਾਇਦ ਉਹ ਲਾ ਹੀ ਦਿੱਤਾ ਉਹਨੇ ਕਿਹਾ ਜੀ ਕਿ ਸੰਜੀਦਾ ਸ਼ਾਇਰ ਹੋਣ ਨਾ ਤੇ ਉੱਥੇ ਕੋਈ ਮਜ਼ਾਹੀਆ ਸ਼ਾਇਰ ਚੱਲ ਜਾਏ ਨਾ ਤੇ ਉਹਨਾਂ ਸਾਰਿਆਂ ਨੂੰ ਆਪਣੀ ਪੈ ਜਾਂਦੀ ਹੈ, ਤੇ ਮਜ਼ਾਹੀਆ ਸ਼ਾਇਰਾਂ 'ਚ ਕੋਈ ਸੰਜੀਦਾ ਸ਼ਾਇਰ ਆ ਜਾਏ ਉੱਥੇ ਸੰਜੀਦਾ ਸ਼ਾਇਰ ਨੂੰ ਆਪਣੀ ਪੈ ਜਾਂਦੀ ਹੈ। ਨਹੀਂ ਦੇਖੋ, ਸਾਡਾ ਜਿਹੜਾ ਐਕਸੈਂਟ ਹੁੰਦਾ ਨਾ ਜਾਂ ਸਾਡਾ ਜਿਹੜਾ ਕਲਾਮ ਹੁੰਦਾ ਨਾ, ਉਹ ਮਾਹੌਲ ਬਦਲ ਦਿੰਦਾ ਬੁਨਿਆਦੀ ਤੌਰ ਤੇ। ਗੱਲ ਉਹਨੇ ਠੀਕ ਕੀਤੀ ਹੈ। ਉਹ ਇੰਜ ਆਪਣੀ ਪੈ ਜਾਂਦੀ ਹੈ ਕਿ ਯਾਰ ਇਹਨੇ ਹੁਣ ਜੋ ਕੁਝ ਕਰਨਾ ਹੈ ਨਾ, ਉਸ ਤੋਂ ਬਾਅਦ ਨਾ ਉਹ ਹਾਲਾਤ ਨਹੀਂ ਰਹਿਣੇ, ਔਰ ਬਾਕੀ ਨਹੀਂ ਰਹਿੰਦੇ, ਕਾਫੀ ਦੇਰ ਤੋਂ ਅਸਰ ਰਹਿੰਦਾ ਹੈ। ਮੈਂ ਬਲਕਿ ਇੱਕ ਮੁਸ਼ਾਇਰਾ ਪੜ੍ਹਨ ਵਾਸਤੇ ਗਿਆ, ਵਾਹ 'ਚ ਇੱਕ ਮੁਸ਼ਾਇਰਾ ਸੀ, ਸਾਡੀ ਇੱਕ ਤਨਜ਼ੀਮ ਨੇ ਮੁਸ਼ਾਇਰਾ ਕੀਤਾ, ਤੇ ਉਹ ਜਿਹੜੀ ਨਿਜ਼ਾਮਤਕਾਰ ਸੀ ਉਹ ਪੁਰਾਣੀ ਜਾਣਨ ਵਾਲੀ ਸੀ, ਲੇਕਿਨ ਉਹਨੇ ਅੱਲਾਹ ਵਾਲੀ ਨੇ ਐਸਾ ਕੰਮ ਕੀਤਾ ਕਿ ਮੈਨੂੰ ਸਾਰਿਆਂ ਤੋਂ ਪਹਿਲਾਂ ਬੁਲਾ ਲਿਆ। ਅੱਛਾ, ਮੈਨੂੰ ਬੁਰਾ ਨਹੀਂ ਲੱਗਾ। ਪਹਿਲਾਂ ਮੈਂ ਇੱਕ ਵਾਰੀ ਸੋਚਿਆ ਕਿ ਯਾਰ ਮੈਂ ਤੇ ਇਹਨਾਂ ਚੋਂ ਤਕਰੀਬਨ ਸਾਰਿਆਂ ਚੋਂ ਸੀਨੀਅਰ ਹੈ, ਇੱਕ ਦੋ ਦੇ ਇਲਾਵਾ, ਤੇ ਇਹਨੇ ਇਹ ਕੀ ਹਰਕਤ ਕੀਤੀ। ਲੇਕਿਨ ਜੋ ਮੈਂ ਪੜ੍ਹਨਾ ਸੀ, ਤੁਹਾਨੂੰ ਵੀ ਅੰਦਾਜ਼ਾ ਹੈ, ਉਹ ਕਿਤੇ ਵੀ ਪੜ੍ਹ ਦਈਏ ਤੇ ਉਹ ਆਪਣਾ ਅਸਰ ਰੱਖਦਾ। ਤੇ ਉਹ ਫਿਰ ਮੈਂ ਜੋ ਮੈਂ ਪੜ੍ਹਿਆ ਤੇ ਉਸ ਤੋਂ ਬਾਅਦ ਫਿਰ ਕਾਫੀ ਦੇਰ ਤੱਕ ਕੋਈ ਪੜ੍ਹ ਨਹੀਂ ਸਕਿਆ। ਸੈਂਕੜਾ ਮੇਰਾ ਖਿਆਲ ਮੁਸ਼ਾਇਰੇ ਪੜ੍ਹ ਲਏ ਹੋਣੇ ਆ, ਕੋਈ ਟੀਵੀ ਦੇ ਪ੍ਰੋਗਰਾਮਾਂ 'ਚ ਵੀ ਸ਼ਿਰਕਤ ਕਰ ਲਈ। ਮੁਸ਼ਾਇਰਾ ਪੜ੍ਹਨਾ ਵਾਕਈ ਇੱਕ ਫਨ ਆ ਕਿ ਬਸ ਜਿਹੜਾ ਚੱਲ ਗਿਆ ਸੋ ਚੱਲ ਗਿਆ? ਨਹੀਂ, ਆਰਟ ਹੈ। ਦੇਖੋ, ਤੁਹਾਨੂੰ ਆਡੀਅנס ਦੀ ਡਿਮਾਂਡ ਜਾਂ ਉਹਦੀ ਨਬਜ਼ ਵੇਖਣੀ ਪੈਂਦੀ ਹੈ। ਲਾਈਕ ਅਸੀਂ ਕਿਸੇ ਯੂਨੀਵਰਸਿਟੀ 'ਚ ਗਏ ਆ, ਉਹ ਕੁੜੀਆਂ ਦੀ ਯੂਨੀਵਰਸਿਟੀ ਹੈ, ਠੀਕ ਹੈ। ਉੱਥੇ ਤੁਸੀਂ ਅਗਰ ਮਤਲਬ ਜਾਂ ਨੌਜਵਾਨਾਂ ਦੀ ਯੂਨੀਵਰਸਿਟੀ ਹੈ, ਤੁਸੀਂ ਉੱਥੇ ਉਹ ਸ਼ੇਰ ਸੁਣਾਓਗੇ ਜਿਹੜੇ ਉਹਨਾਂ ਦੇ ਉੱਤੋਂ ਦੀ ਗੁਜ਼ਰ ਜਾਣਗੇ, ਉਹ ਤੁਹਾਨੂੰ ਦਾਦ ਨਹੀਂ ਦੇਣਗੇ। ਔਰ ਅਸੀਂ ਬਹੁਤ ਸਾਰੀ ਜਗ੍ਹਾ ਤੇ ਤਜਰਬਾਤ ਕੀਤੇ ਨੇ। ਉਹ ਇੱਕ ਏਜ ਲਿਮਿਟ ਹੁੰਦੀ ਹੈ, ਉਹ ਹੀ ਏਜ ਲਿਮਿਟ ਉਸ ਸ਼ੇਰ ਨੂੰ ਪਸੰਦ ਕਰਦੀ ਹੈ। ਔਰ ਫਿਰ ਤੁਸੀਂ ਜੋ ਉਹ ਚਾਹ ਰਹੇ ਹੁੰਦੇ ਨਾ, ਉਹਨਾਂ ਦੇ ਮੁਤਾਬਿਕ ਅੱਜ ਕੱਲ੍ਹ ਜਿਹੜੇ ਲੋਕ ਯੂਨੀਵਰਸਿਟੀਆਂ 'ਚ ਪਾਪੂਲਰ ਨੇ, ਉਹ ਇਹ ਹੀ ਕਰ ਰਹੇ ਨੇ, ਬੱਚਿਆਂ ਦੇ ਏਜ ਦੇ ਮੁਤਾਬਿਕ ਸ਼ੇਰ ਕਹਿੰਦੇ ਨੇ, ਹਾਲਾਂਕਿ ਸ਼ਾਇਰੀ ਨਹੀਂ ਹੁੰਦੀ। ਤੇ ਔਰ ਉਹਦੇ ਇਲਾਵਾ ਮੁਸ਼ਾਇਰੇ ਦਾ ਫਨ ਇਹ ਵੇ ਕਿ ਤੁਸੀਂ ਆਪਣਾ ਮਿਸਰਾ ਜਿਹੜਾ ਨਾ, ਜਾਂ ਜਿਵੇਂ ਅਸੀਂ ਮਜ਼ਾਹੀਆ ਸ਼ਾਇਰ ਜਿਹੜੇ ਆ, ਜਿਹੜੀ ਸਾਡੀ ਪਿਕ ਦੀ ਲਾਈਨ, ਟੀਪ ਦੀ ਲਾਈਨ ਹੈ, ਜਾਂ ਜਿਹੜੀ ਸਾਡੀ ਲਾਫਟਰ ਲਾਈਨ ਹੈ, ਉਹਨੂੰ ਇਸ ਤਰੀਕੇ ਨਾਲ ਡਿਲੀਵਰ ਕਰਨਾ ਕਿ ਅਗਲੇ ਵਕਤ ਤੱਕ ਜਾ ਕੇ ਪਹੁੰਚੇ। ਔਰ ਫਿਰ ਜਿੱਥੇ ਤੁਹਾਨੂੰ ਦਾਦ ਐਂਡ ਹੋ ਜਾਵੇ ਨਾ, ਤੇ ਉੱਥੇ ਹੱਥ ਖੜੇ ਕਰਕੇ ਵਾਪਸ ਆ ਜਾਓ। ਸਾਡੇ ਦੋਸਤਾਂ ਨੂੰ ਜਿਹੜੀ ਗਜ਼ਲ ਤੇ ਦਾਦ ਮਿਲ ਜਾਵੇ, ਉਹ ਸਮਝਦੇ ਨੇ ਕਿ ਅੱਗੇ ਵੀ ਆਹੀ ਹਾਲਾਤ ਹੋਣਗੇ। ਤੇ ਦੋ ਬੰਦੇ ਜਿਹੜੇ ਉਹ ਸਾਨੂੰ ਬੜੇ ਚੁੱਭ ਰਹੇ ਹੁੰਦੇ ਨੇ, ਇੱਕ ਜਿਹੜਾ ਪੜ ਰਿਹਾ ਹੁੰਦਾ, ਇੱਕ ਜਿਹਨੇ ਸਾਡੇ ਤੋਂ ਬਾਅਦ ਆਣਾ ਹੁੰਦਾ, ਕਿ ਉਹ ਅਗਰ ਉਹਨੂੰ ਦਾਦ ਜ਼ਿਆਦਾ ਮਿਲ ਰਹੀ ਹੈ ਤੇ ਉਹ ਸ਼ਾਇਰ ਕਹਿ ਰਿਹਾ ਹੁੰਦਾ ਮੇਰੇ ਹਿੱਸੇ ਦੀ ਲੈ ਰਿਹਾ, ਮੇਰੇ ਹਿੱਸੇ ਲੈ ਰਿਹਾ। ਸਹੀ ਠੀਕ ਹੋ ਗਿਆ ਜੀ। ਤੇ ਉਹ ਬਜ਼ੁਰਗਾਂ ਦਾ ਵੀ ਦੇਖੋ ਅਖਾਣ ਹੈ ਨਾ ਜੀ ਕਿ ਭਰਿਆ ਮੇਲਾ ਛੱਡ ਦੇਣਾ ਚਾਹੀਦਾ। ਸਰ ਬਹੁਤ ਅੱਛਾ, ਤੁਸੀਂ ਲੋਕਾਂ ਨੂੰ ਤਿਸ਼ਨਗੀ ਛੱਡੋ, ਔਰ ਤਾਂ ਕਿ ਲੋਕੀ ਤੁਹਾਨੂੰ ਦੁਬਾਰਾ ਵੀ ਸੁਣਨ। ਔਰ ਕਈ ਦੋਸਤ ਤੇ ਪੂਰਾ ਦੀਵਾਨ ਸੁਣਾਉਂਦੇ ਨੇ। ਨਹੀਂ, ਕਈ ਐਸੇ ਹੁੰਦੇ ਨਾ ਜਿਹੜੇ ਸਮਝਦੇ ਮੇਰਾ ਆਖਰੀ ਮੁਸ਼ਾਇਰਾ। ਸਹੀ ਕਹਿੰਦੇ। ਔਰ ਉਹਦਾ ਤੇ ਆਖਰੀ ਨਹੀਂ ਹੁੰਦਾ, ਲੇਕਿਨ ਨਾਲ ਬੈਠੇ ਹੋਏ ਉਹਨਾਂ ਚੋਂ ਕੋਈ ਪੂਰਾ ਹੋ ਸਕਦਾ। ਸਹੀ। ਅੱਛਾ, ਮਜ਼ਾਹੀਆ ਸ਼ਾਇਰੀ 'ਚ ਖਾਸ ਤੌਰ ਤੇ ਇਹ ਉਰਦੂ ਪੰਜਾਬੀ ਮਿਕਸ ਸ਼ਾਇਰੀ ਨੇ ਇੱਕ ਅਜੀਬ ਜਿਹਾ ਮਾਹੌਲ ਪੈਦਾ ਕਰਤਾ। ਇਹ ਪਬਲਿਕ ਦੀ ਵੈਸੇ ਤੁਸੀਂ ਸਮਝਦੇ ਹੋ ਡਿਮਾਂਡ ਹੈ ਜਾਂ ਬਸ ਸ਼ਾਇਰ ਇਸ ਪਾਸੇ ਲੱਗੇ ਨੇ? ਨਹੀਂ, ਇਹ ਨਾ ਮਿਜ਼ਾਹ ਪੈਦਾ ਕਰਨ ਦੇ ਮੁਖਤਲਿਫ ਫਾਰਮੂਲੇ ਨੇ। ਜਦੋਂ ਸ਼ਾਇਰ ਕੋਲੋਂ ਕੁਛ ਨਹੀਂ ਹੁੰਦਾ ਨਾ, ਉਹ ਫਿਰ ਨਾ ਸਹਾਰਾ ਲੈ ਲੈਂਦਾ ਐਵੇਂ ਦੇ ਹਰਬਿਆਂ ਦਾ। ਨਾ ਤੁਸੀਂ ਆਪਣੇ ਮਜ਼ਮੂਨ ਨਾਲ ਮਿਜ਼ਾਹ ਨਹੀਂ ਪੈਦਾ ਕਰ ਸਕੇ, ਤੁਸੀਂ ਤਲਾਜ਼ਮੇ ਨਾਲ ਮਿਜ਼ਾਹ ਪੈਦਾ ਨਹੀਂ ਕਰ ਸਕੇ, ਤੁਸੀਂ ਲਫ਼ਜ਼ਾਂ ਦੀ ਜੁਗਲਬੰਦੀ ਨਾਲ ਮਿਜ਼ਾਹ ਨਹੀਂ ਪੈਦਾ ਕਰ ਸਕੇ, ਤੇ ਫਿਰ ਤੁਸੀਂ ਇੰਜ ਦਾ ਆਸਰਾ ਲੈਂਦੇ ਹੋ, ਅੰਗਰੇਜ਼ੀ ਦੇ ਕਾਫੀਏ ਲਾ ਲਏ, ਪੰਜਾਬੀ ਦੇ ਕਾਫੀਏ ਲਾ ਲਏ, ਜਾਂ ਪੰਜਾਬੀ ਦਾ ਕੋਈ ਲਫ਼ਜ਼ ਪਾ ਲਿਆ। ਤੇ ਉਹ ਪਬਲਿਕ ਦੀ ਕੋਈ ਡਿਮਾਂਡ ਨਹੀਂ। ਪਬਲਿਕ ਨੂੰ ਜੋ ਤੁਸੀਂ ਦਵੋਗੇ ਨਾ, ਅਗਰ ਉਹ ਅੱਛਾ ਹੋਵੇਗਾ ਤੇ ਉਹਨੂੰ ਕਬੂਲ ਕਰਨਗੇ। ਸਹੀ। ਅਗਰ ਉਹ ਮਾੜਾ ਹੋਏਗਾ ਤੇ ਉਹਨੂੰ ਉਂਝ ਹੀ ਵਾਪਸ ਕਰ ਦੇਣਗੇ। ਲੇਕਿਨ ਅੱਜ ਕੱਲ ਤੇ ਖੈਰ ਪਬਲਿਕ ਦੇ ਵੀ ਹਾਲਾਤ ਇੰਜ ਦੇ ਹੀ ਹੋਏ ਨੇ।
और उस चीज ते भी दाद दे रही है जितने दाद बनती ही नहीं है, सही जितने डांग बनती है उत्ते दाद दे रहे। ਅੱਛਾ ਅੱਛਾ ਸਰ, ਅਸੀਂ ਉਹ ਕਾਲੋ ਦਾ ਕਾਫੀ ਜ਼ਿਕਰ ਕਰ ਲਿਆ ਤੇ ਕਾਲੋ ਤੁਸੀਂ ਇੰਟਰਨੈਸ਼ਨਲੀ ਬਣਾ ਦਿੱਤੀ ਤੇ ਕੋਈ ਅਸੀਂ ਚਾਹੁੰਦੇ ਆ ਕਿ ਤੁਹਾਡੀ ਚਲੋ ਅੱਜ ਕਾਲੋ ਸੁਣੀਏ। यार लोगों ਨੂੰ बड़ा वहम है खाले साहब के पता नहीं शहबाज चौहान दी ਜਿਹੜੀ पार्टनर है वो कोई काली जी है। ਅੱਛਾ ठीक है, खुदा दा शुक्र है। ਉਹ ਕਿਸੇ ਨੇ ਆਖਿਆ ਸੀ ਕਿ ਇੱਕ ਗਾਣਾ ਹੈ ਕਿ ਬਿੱਲੀਆਂ ਬਿੱਲੀਆਂ ਅੱਖਾਂ, ਉਹ खुदा ने ਮੈਨੂੰ जीवन साथी बड़ा प्यारा दिता है, खुश अखलाक, खुश मिजाज और खूबसूरत। ਇਹ ਐਕਚੁਅਲੀ ਮੈਂ ਨਾ ਕਿਸੇ ਜ਼ਮਾਨੇ 'ਚ ਡਿਸਪੈਂਸਿੰਗ ਕਰਦਾ ਹੁੰਦਾ ਸੀ, ਦਵਾਈਆਂ ਬਣਾਉਂਦਾ ਸਾਂ, ਮਤਲਬ ਮੁxtਲਿਫ ਨਾ ਫਾਰਮੂਲੇ ਬਣਾਉਂਦੇ ਸਾਂ, ਵਾਈਟਨਿੰਗ ਕਰੀਮਾਂ ਵੀ। ਉਹ ਲੋਕੀ ਮੇਰੇ ਕੋਲ ਨਾ ਕਰੀਮਾਂ ਬਣਵਾਉਣ ਆਉਂਦੇ ਸੀ, ਰੰਗ ਗੋਰਾ ਕਰਨ ਵਾਲੀਆਂ ਕਰੀਮਾਂ। ਤਾਂ ਮੈਂ ਸੋਚਦਾ ਹੁੰਦਾ ਸੀ ਸ਼ਹਬਾਜ਼ ਚੌਹਾਨ ਦੇਖੋ ਅਸੀਂ ਬਾਹਰੋਂ ਚਿੱਟੇ ਹੋਣ ਦੇ ਚੱਕਰ 'ਚ ਨਾ ਅੰਦਰੋਂ ਕਾਲੇ ਹੁੰਦੇ ਜਾਣ ਡਏ ਆ। ਉਹ ਉੱਥੋਂ ਮੈਨੂੰ ਖਿਆਲ ਆਇਆ ਕਿਉਂ ਨਾ ਇਸ ਤੇ ਕੁਝ ਗੱਲ ਕੀਤੀ ਜਾਵੇ। ਉਦੋਂ ਇਹ ਨਜ਼ਮ ਤਖਲੀਕ ਹੋਈ ਸੀ कालो कि जे कोई अनहोनी हो जावे और मेरी कालो सोनी हो जावे। हसरत होंदी है लोकां दी, हालांकि जेड़ा किसी ने कहा काला रंग मुश्की ना खंग ते ना खुशकी, ते जिन्ना इस रंग च खूबसूरती है ना शायद चिट्टे रंग चिट्टा को मजीद दे शेर कोई ਇਹ ਨਾ ਇਹਦੇ ਚੋਂ ਵੀ ਲੋਕਾਂ ਨੇ ਨਾ ਕੁਝ ਚੀਜ਼ਾਂ ਤੇ ਤਨਕੀਦ ਸ਼ੁਰੂ ਕਰਤੀ ਨਾ ਕਿ ਇਹਨੇ ਕਾਲੇ ਰੰਗ ਦੀ ਤੋਹੀਨ ਕੀਤੀ ਹੈ। ਠੀਕ ਹੈ, ਤੇ ਉਹ ਮੈਂ ਫਿਰ ਉਹਦੇ ਚ ਨਾ ਇੱਕ ਆਖਰੀ ਸ਼ੇਰ ਘੱਟ ਹੀ ਸੁਣਾਉਂਦਾ ਹੁੰਦਾ ਸਾਂ ਕਿਉਂਕਿ ਉਹ ਬਹੁਤ ਮਤਲਬ ਸੰਜੀਦਗੀ ਵੱਲ ਜਾਂਦਾ ਹੈ। ਉਹ ਫਿਰ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਉਹ ਗੋਰੀ ਏ ਜਾਂ ਕਾਲੀ ਏ ਪਰ ਲਾਜਾਂ ਸ਼ਰਮਾ ਵਾਲੀ ਏ, ਸ਼ਹਬਾਜ਼ ਚੌਹਾਨ ਨੇ ਦੱਸਿਆ ਏ ਰੰਗਾਂ ਦੇ ਵਿੱਚ ਕੀ ਰੱਖਿਆ ਏ, ਨੀਅਤ ਮਨਮੋਹਣੀ ਹੋ ਜਾਵੇ ਤੇ ਕਾਲੋ ਸੋਹਣੀ ਹੋ ਜਾਵੇ। ਉਹ ਖਾਲਿਦ ਸਾਹਿਬ ਵੈਸੇ ਮੈਂ ਕਿਸੇ ਜ਼ਮਾਨੇ 'ਚ ਆਖਿਆ ਜੇ ਦੋਵੇਂ ਕਾਲੇ ਹੋਣ ਤੇ ਫੇਰ ਕੀ ਹੋਵੇ। ਉਦੋਂ ਸ਼ੋਏਬ ਮਲਿਕ ਨੇ ਨਾ ਸ਼ਾਦੀ ਕੀਤੀ ਸੀ ਸਾਨੀਆ ਨਾਲ, तो मैं क्या किस्मत तेरे रंग निराले, वो भी काली हम भी काले, और रिश्ते चांद तलक नहीं होते, कुछ तारों के फलक नहीं होते, सभी शोएब मलिक नहीं होते, सारे कहाँ मुकद्दर वाले, वो भी काली हम भी काले। क्या बात है, क्या बात। ये हमारे साथ थे जी शहबाज चौहान साहब। इनसे बातचीत करके बड़ा मज़ा आया, उम्मीद है आप भी लुत्फ़अंदोज़ होंगे। शुक्रिया शहबाज साहब। सर थैंक यू।